स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਵੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਦੂਜੇ ਪਾਸੇ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਹਜੇ ਜਿਹੜਾ ਡੈਡਲੌਕ ਹੈ ਉਹ ਟੁੱਟਿਆ ਨਹੀਂ ਹੈ। किसान आगू कहते रहे कि सरकार पहल करे, सरकार सानू बुलावे, सरकार साडे नाल गलबात करे। दूजे पासे सरकार कहती कि असीं प्रपोजल बना के भेजता, जो बेस्ट असीं अपने वालों कर सकते सीगे वो असीं करके दे दिता। हुण किसान जथेबंदियां समझण कि ये करना या नहीं करना। हुण गेंद हैगी है जिहड़ी वो किसानां दे पाले दे विच असीं सुट दित्ती है। हुण ये उन्हां नूं मंजूर है या नहीं मंजूर, ये उन्हां ते छड्ड दित्ता जांदा। पर वड्डा सवाल ये है कि डेडलॉक टुटेगा किवें। एक लंबा समा हो चुका इस डेडलॉक नूं। जदों गलबात जारी सीगी तां एक बड़ी आस ते उम्मीद रहिंदी है कि चलो गलबात जारी है, किसी सिरे शायद गल लगूगी, घट वध हो के किसी पासे कोई गल निबड़ेगी। पर जिहड़ा डेडलॉक है बड़ा खतरनाक रुझान वल वधदा जा रहा। तुसीं वेख्या होना कि हाल ही दे विच जो घटनावां होईयां ने वो घटनावां ने सारिਆਂ ਨੂੰ ਝੰਜੋੜ ਕੇ ਰੱਖ ਦਿੱਤਾ और सारिਆਂ ਨੂੰ पता है कि नुकसान पंजाब दा हो रहा है। पर अगे होर नुकसान ना होवे इहदे लई पहल कदमी किस नूं करनी पेगी। किसान तो बड़े खुल दिली नाल कह रहे हैं कि असीं गलबात करन लई तैयार हाँ, सरकार सानूं बुलावे, असीं गलबात करन लई तैयार हाँ। दूजे पासे प्रधानमंत्री होरी संसद च खड़ के कहते हैं कि असीं एक फोन दूर हाँ, सिर्फ किसान आ जाण गलबात करन दे लई। हुण ये नहीं समझ आ रहा कि पहल कौन करे, सरकार करे या किसान करन। इसे दे गलबात करन दे लई साडे नाल खास मेहमान जुड़े हुए ने। कमलजीत सिंह सोही साहब कौमी बुलारा ने, बीजेपी के किसान मोर्चा के भी ये कौमी बुलारा ने। बहुत बहुत स्वागत है सोही साहब। सोही साहब लगातार चाराजोई कर रहे हैं कि यह मसला किसी तरीके नाल हल होवे। सोही साहब पहला सवाल मैं थोड़ा जिहा तिखा पुछ लवां तुहाडे तो, जे तुहाडी इजाजत होवे तां, क्योंकि थोड़ा जिहा परसनल भी हो सकता। बड़े सारे लोग ये सवाल करते हैं कि तुसीं बड़े सारे बुलारे एवें बिठा लैंदे हो जिन्हां नूं तां कोई पुछदा ही नहीं है। सेंटर च कोई पुछदा नहीं, इत्थे आके वो गल्लां मारदे रहिंदे हैं, इत्थे आके दावे भी बड़े वड्डे वड्डे कर जांदे हैं, उत्थे इन्हां नूं कोई गेट नहीं टप्पण दिंदा अंदर। ਤੁਹਾਡੀ ਗੱਲ ਤੇ ਠੀਕ ਲੱਗਦੀ ਹੈ। ਪਹਿਲਾਂ ਤਾਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਕੀ ਹੁੰਦਾ ਹੈ ਕਿ ਜਦੋਂ ਕੋਈ ਹੱਲ ਨਾ ਨਿਕਲੇ ਤੇ ਤੁਹਾਡੇ ਕੋਲ ਵੀ ਰਾਈਟ ਬਣ ਜਾਂਦਾ ਕਿ ਸਾਨੂੰ ਕੋਈ ਪੁੱਛਦਾ ਨਹੀਂ। ਜਦੋਂ ਤੇ ਮੀਟਿੰਗਾਂ ਹੁੰਦੀਆਂ 11 ਦੌਰ ਦੀਆਂ ਮੀਟਿੰਗਾਂ ਹੋਈਆਂ, ਅਜੇ ਤੱਕ ਮੀਟਿੰਗਾਂ ਹੋ ਰਹੀਆਂ, ਅੰਦਰ ਖਾਤੇ ਗੱਲਾਂ ਚੱਲ ਰਹੀਆਂ, ਕਿਸਾਨ ਆਗੂ ਦੱਸ ਰਹੇ ਨੇ। ਹੁਣ ਤੁਸੀਂ ਪਿੱਛੇ ਜੇ ਕਿਸਾਨ ਪੰਚਾਇਤ ਇਹਨਾਂ ਨੇ ਬੁਲਾਈ ਸੀ ਚੰਡੀਗੜ੍ਹ 'ਚ, ਤੇ ਤੁਹਾਡੇ ਪੱਤਰਕਾਰ ਨੇ ਪੁੱਛਿਆ ਸੀਗਾ ਇੱਕ ਬੜੇ ਵੱਡੇ ਕਿਸਾਨ ਆਗੂ ਨੂੰ, ਕਹਿੰਦੇ ਜੀ ਹਾਂ ਮੀਟਿੰਗਾਂ ਚੱਲਦੀਆਂ ਪਈਆਂ ਨੇ, ਗੱਲਾਂ ਚੱਲਦੀਆਂ ਪਈਆਂ ਨੇ। ਤੇ ਉਹ ਗੱਲਾਂ ਦਾ ਕੋਈ ਰੂਪ ਰੇਖਾ, ਕੋਈ ਇੰਟਰਮੀਡੀਏਟਰ ਕੋਈ ਤਾਂ ਹੋਏਗਾ। ਜੇ ਮੈਂ ਨਹੀਂ ਹੋਵਾਂਗਾ ਤਾਂ ਕੋਈ XYZ ਕੋਈ ਹੋਏਗਾ। ਤੇ ਇਹ ਗੱਲਾਂ ਹੋ ਰਹੀਆਂ ਨੇ। ਤੁਸੀਂ ਵਿਚੋਲੇ ਹੈਗੇ ਹੋ ਕਿਸਾਨਾਂ ਤੇ ਸਰਕਾਰ ਦੇ ਵਿੱਚ। ਕਿਉਂ ਨਹੀਂ ਵਿਚੋਲੇ? ਅਸੀਂ ਹਰ ਪੰਜਾਬ ਦਾ ਉਹ ਸ਼ਖਸ ਮੈਂ ਵਿਚੋਲਾ ਕਹਿੰਦਾ ਜਿਹੜਾ ਇਸ ਮਸਲੇ ਨੂੰ ਦੂਰ ਕਰਾਉਣ ਦੇ ਵਿੱਚ ਕਾਮਯਾਬ ਹੋਏਗਾ। ਤੇ ਉਹਦੇ ਵਿੱਚ ਮੈਂ ਵੀ ਇੱਕ ਹੈਗਾ, ਕਿਉਂਕਿ ਮੈਂ ਵੀ ਕਿਸਾਨ ਆ, ਮੈਨੂੰ ਵੀ ਉਹਨਾਂ ਹੀ ਦਰਦ ਹੈਗਾ। ਪਰ ਤੁਸੀਂ ਕਿਸਾਨ ਦੇ ਨਾਲ ਨਾਲ ਬੀਜੇਪੀ ਦੇ ਆਗੂ ਵੀ ਤਾਂ ਹੈਗੇ ਹੋ, ਤੁਸੀਂ ਤਾਂ ਬੀਜੇਪੀ ਦਾ ਪੱਖ ਰੱਖਣਾ, ਤੁਸੀਂ ਕਿਸਾਨਾਂ ਦਾ ਪੱਖ ਕਿਉਂ ਰੱਖੋਗੇ? ਮਾਲ ਦੀ ਗੱਲ ਕਰਦੇ ਹੋ, ਜੇ ਬੀਜੇਪੀ ਦਾ ਆਗੂ ਹੋਣਾ ਤੇ ਕਿਸਾਨ ਹੋਣਾ ਕੋਈ ਇਹ ਗੁਨਾਹ ਹੈਗਾ? ਨਹੀਂ, ਗੁਨਾਹ ਤਾਂ ਨਹੀਂ ਹੈਗਾ, ਪਰ ਤੁਸੀਂ ਪੰਜਾਬ ਦੇ ਕਿਸਾਨ ਦਾ ਪੱਖ ਰੱਖੋਗੇ ਜਾਂ ਬੀਜੇਪੀ ਦਾ ਪੱਖ ਰੱਖੋਗੇ? ਪੰਜਾਬ ਦੇ ਕਿਸਾਨ ਦਾ ਪੱਖ ਅਸੀਂ ਪਹਿਲਾਂ ਰੱਖਾਂਗੇ। ਤੇ ਜੇ ਬੀਜੇਪੀ ਜਿਹੜੀ ਹੈਗੀ ਹੈ ਕਿਸਾਨ ਹਿਤੈਸ਼ੀ ਪਾਰਟੀ ਹੈ। ਜਦੋਂ ਅਸੀਂ ਹਿੰਦੁਸਤਾਨ 'ਚ 303 ਸੀਟਾਂ ਲੈ ਕੇ ਆਏ ਹਾਂ ਹਰਪ੍ਰੀਤ ਜੀ, ਐਂਡ ਯੂ ਆਰ ਵਿਟਨੈਸ ਟੂ ਦਿਸ, ਆ ਹਿਸਟੋਰਿਕ ਵਿਕਟਰੀ ਜਿਹੜੀ ਹੋਈ ਹੈ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਈ। 60 to 70% ਪਾਪੂਲੇਸ਼ਨ ਜਿਹੜੀ ਹੈ, ਦਿਸ ਇਜ਼ ਡਿਪੈਂਡੈਂਟ ਔਨ ਫਾਰਮਿੰਗ ਦੇ ਉੱਪਰ ਡਿਪੈਂਡੈਂਟ ਹੈ। ਤੁਹਾਡੇ ਵਿਰੋਧੀ ਕਹਿੰਦੇ ਨੇ ਇਹੀ ਤਾਂ ਵਿਕਟਰੀ ਤੁਹਾਡੇ ਸਿਰ ਚੜ ਗਈ ਹੈ, ਇਸੇ ਕਰਕੇ ਤੁਸੀਂ ਹੁਣ ਬੰਦੇ ਨੂੰ ਬੰਦਾ ਨਹੀਂ ਸਮਝਦੇ, ਕਿਸਾਨਾਂ ਨੂੰ ਕਿਸਾਨ ਮੰਨਣ ਤੋਂ ਇਨਕਾਰੀ ਹੋਏ ਪਏ ਹੋ। ਸਹੀ ਗੱਲ ਕਹਿੰਦੇ ਹੋ ਤੁਸੀਂ। ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਤਾਂ 14 ਕਰੋੜ ਕਿਸਾਨਾਂ ਦੇ ਖਾਤੇ 'ਚ ਹਰ ਵਰੇ 6000 ਰੁਪਈਆ ਪਾ ਰਹੇ ਹਾਂ। ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਹਰ ਕਿਸਾਨ ਦੀ ਹਰ ਮੰਗ ਮੰਨਣ ਨੂੰ ਤਿਆਰ ਬੈਠੇ ਹਾਂ। ਅੱਜ ਪ੍ਰਧਾਨ ਮੰਤਰੀ ਕਿਸਾਨ ਵਾਸਤੇ ਓਨਾ ਹੀ ਕੰਸਰਨਡ ਹੈ ਜਿੰਨਾ ਕਿ ਸਾਡੇ ਜਿਹੜੇ ਆ 300 ਕਿਸਾਨ ਮਰ ਗਏ ਨੇ, ਉਹ ਕਿਸ ਲੇਖੇ ਲਾਉਂਗੇ? ਦੇਖੋ ਕਿਸੇ ਖਾਤੇ 'ਚ ਪਾ ਰਹੇ ਨੈਚੁਰਲੀ ਹੈ। ਤੁਸੀਂ ਕਹਿੰਦੇ ਹੋ ਤੁਸੀਂ ਕਿਸਾਨ ਹਤੈਸ਼ੀ ਹੋ, ਆ 300 ਕਿਸਾਨ ਸ਼ਹਾਦਤ ਪ੍ਰਾਪਤ ਕਰ ਗਿਆ। ਤੁਹਾਡੇ ਤੋਂ ਤਾਂ 2 ਲਫ਼ਜ਼ ਸਹਾਨੂਭੂਤੀ ਦੇ ਸੰਸਦ 'ਚ ਖੜ ਕੇ ਨਹੀਂ ਬੋਲੇਗੇ। ਤੁਹਾਡੇ ਮੰਤਰੀ ਕਹਿੰਦੇ ਨੇ ਸਾਡੇ ਕੋਲ ਤਾਂ ਡੇਟਾ ਹੀ ਨਹੀਂ ਹੈਗਾ ਕਿ ਕੌਣ ਮਰ ਗਿਆ ਤੇ ਕੌਣ ਨਹੀਂ ਮਰਿਆ। ਤੁਹਾਡੇ ਮੰਤਰੀ ਮਖੌਲ ਕਰਦੇ ਨੇ ਜਨਾਬ। ਤੁਹਾਡੇ ਬੀਜੇਪੀ ਦੇ ਹਰਿਆਣਾ ਦੇ ਮੰਤਰੀ ਮਖੌਲ ਕਰਦੇ ਨੇ ਕਿ ਉਹਨਾਂ ਨੇ ਤਾਂ ਉੱਥੇ ਵੀ ਮਰਨਾ ਸੀ, ਜੇ ਉੱਥੇ ਮਰ ਗਏ ਤਾਂ ਫਿਰ ਕੀ ਹੋ ਗਿਆ? ਦੇਖੋ ਹਰਿਆਣਾ ਦੇ ਮੰਤਰੀ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ, ਲੇਕਿਨ ਪੰਜਾਬ ਦੀ ਬੀਜੇਪੀ ਜਾਂ ਮੈਂ ਐਜ਼ ਏ ਪਰਸਨ ਜਾਂ ਹੋਰ ਜਿੰਨੇ ਵੀ ਮੇਰੇ ਸਾਥੀ ਨੇ, ਜਿੰਨੇ ਵੀ ਕਿਸਾਨ ਆਗੂ ਨੇ ਜਾਂ ਕਿਸਾਨ ਵਿੰਗ ਦੇ ਨਾਲ ਜੁੜੇ ਹੋਏ ਨੇ, ਅਸੀਂ ਉਨੇ ਹੀ ਕੰਸਰਨਡ ਹਾਂ ਜਿੰਨੇ ਕਿ ਤੁਸੀਂ ਕੰਸਰਨਡ ਹੋ ਜਾਂ ਪੰਜਾਬ ਦੀ ਜਨਤਾ ਕੰਸਰਨਡ ਹੈ। ਜੇ ਇੱਕ ਕਿਸਾਨ ਦੀ ਮੌਤ ਵੀ ਹੁੰਦੀ ਹੈ, ਚਾਹੇ ਉਹ ਖੁਦਕੁਸ਼ੀਆਂ 'ਚ ਹੁੰਦੀ ਹੈ ਹਰਪ੍ਰੀਤ ਜੀ, ਤੁਸੀਂ ਆ ਨਹੀਂ ਯਾਦ ਕਰਦੇ ਕਿ ਪੰਜਾਬ 'ਚ ਹਰ ਵਰੇ 800 ਤੋਂ ਲੈ ਕੇ 900 ਖੁਦਕੁਸ਼ੀਆਂ ਹੁੰਦੀਆਂ। ਉਦੋਂ ਤੁਹਾਡਾ ਵੀ ਦਰਦ ਹੁੰਦਾ ਹੈ ਜਦੋਂ ਕਿਸਾਨ ਦੇ ਘਰ ਜਾ ਕੇ ਦੋਵੇਂ ਘਰ ਦੇ ਜੀ ਖੁਦਕੁਸ਼ੀ ਕਰ ਲੈਂਦੇ ਨੇ, ਉਦੋਂ ਦਰਦ ਨਹੀਂ ਹੁੰਦਾ। ਅੱਜ ਕਿਸਾਨ ਜੇ ਆਪਣੇ ਹੱਕਾਂ ਵਾਸਤੇ ਜੇ ਉਹ ਕਹਿ ਰਹੇ ਨੇ ਕਿ ਸਾਡੇ ਹੱਕ ਹੈ, ਨਹੀਂ ਤੁਹਾਨੂੰ ਮਹਿਸੂਸ ਹੁੰਦਾ, ਤੁਹਾਡੀ ਪਾਰਟੀ ਨੂੰ ਮਹਿਸੂਸ ਕਿਉਂ ਨਹੀਂ ਹੁੰਦਾ? ਕਿਉਂ ਨਹੀਂ ਮਹਿਸੂਸ ਹੋ ਰਿਹਾ? ਸੰਸਦ 'ਚ 2 ਲਫ਼ਜ਼ ਬੋਲੇ
ਆ ਸੈਸ਼ਨ ਹੁਣੇ ਸੈਸ਼ਨ ਹੋ ਕੇ ਹਟਿਆ, ਤੁਸੀਂ ਦੁਨੀਆ ਜਹਾਨ ਦੇ ਲੋਕਾਂ ਨੂੰ ਸ਼ਰਧਾਂਜਲੀਆਂ ਦੇਈ ਜਾਂਦੇ ਹੋ, ਜਿਹੜੇ ਮੁਲਕ 'ਚ ਵੀ ਮਰੇ ਨੇ, ਜਿਹੜੇ ਮੁਲਕ ਤੋਂ ਬਾਹਰ ਵੀ ਮਰੇ ਨੇ, ਉਹਨਾਂ ਨੂੰ ਸ਼ਰਧਾਂਜਲੀਆਂ ਦੇਈ ਜਾਂਦੇ ਹੋ। ਜਿਹੜੇ ਤੁਹਾਡੇ ਦਿੱਲੀ ਤੋਂ 40 ਕਿਲੋਮੀਟਰ ਦੂਰ ਰੋਜ਼ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ, ਉਹ ਤੁਹਾਨੂੰ ਯਾਦ ਵੀ ਨਹੀਂ ਆਉਂਦੇ। ਤੁਹਾਡੇ ਮੰਤਰੀ ਕਹਿੰਦੇ ਨੇ ਸਾਡੇ ਕੋਲ ਤਾਂ ਡੇਟਾ ਹੀ ਨਹੀਂ ਹੈਗਾ। ਪੰਜਾਬ ਸਰਕਾਰ ਨੂੰ ਐਕਸ ਗ੍ਰੇਸ਼ੀਆ ਦਿੰਦੀ ਹੈ, ਇੱਕ ਸੂਬੇ ਦੀ ਸਰਕਾਰ ਇਹ ਮੰਨਦੀ ਹੈ ਕਿ ਇਹ ਸ਼ਹੀਦ ਹੋਏ ਨੇ, ਉਹਨਾਂ ਨੂੰ ਐਕਸ ਗ੍ਰੇਸ਼ੀਆ ਦਿੰਦੀ ਹੈ, ਦੂਜੀ ਸਰਕਾਰ ਕਹਿੰਦੀ ਹੈ ਸਾਡੇ ਕੋਲ ਡੇਟਾ ਹੀ ਨਹੀਂ ਹੈਗਾ। ਤੁਸੀਂ ਪੰਜਾਬ ਦੇ ਵਿੱਚ ਕੱਲ ਇੱਕ ਤੁਹਾਡਾ ਮੈਂ ਪ੍ਰੋਗਰਾਮ ਦੇਖ ਰਿਹਾ ਸੀ ਜਿਸ 'ਚ ਤੁਸੀਂ ਉਹ ਸਾਰੇ ਬੰਦਿਆਂ ਦੇ ਆਪਣੇ ਗਰੇਵਾਲ ਸਾਹਿਬ ਨੇ ਗਿਣਾਏ ਸੀਗੇ ਕਿ ਆਹ ਬੰਦੇ ਉੱਤੇ ਡੈਥ ਹੁੰਦੀ ਹੈ। ਜਦੋਂ ਤੁਸੀਂ ਇੱਕ ਬੰਦਾ ਗਿਣਾ ਰਿਹਾ, ਹਰ ਬੰਦਾ ਸੈਂਸਿਟਿਵ ਹੈਗਾ, ਜਿਹਦੀ ਡੈਥ ਹੁੰਦੀ ਹੈ, ਕੋਈ ਵੀ ਇੱਕ ਮੈਨੂੰ ਲੱਗਦਾ ਕਿ ਕੋਈ ਰਾਖਸ਼ ਹੀ ਹੋਏਗਾ ਜਿਹਨੂੰ ਕਿਸੇ ਦੀ ਮੌਤ ਦੇ ਉੱਪਰ ਉਹਦੀ ਅੰਤਰਾਤਮਾ ਨਾ ਜਾਗਦੀ ਹੋਵੇ। ਫਿਰ ਕਿਸਾਨ ਦੀ ਮੌਤ ਦੇ ਉੱਪਰ ਜਿਹੜਾ ਸਾਡਾ ਅੰਨਦਾਤਾ ਜਿਹਦੇ ਬਣਾਇਆ, ਜਿਹੜੀ ਮਿਹਨਤ ਦਾ ਸਦਕਾ ਅਸੀਂ ਤਿੰਨ ਟਾਈਮ ਰੋਟੀ ਖਾਂਦੇ ਆ। ਤੁਸੀਂ ਆ ਗੱਲਾਂ ਛੱਡ ਦਿਓ, ਸਿਰਫ ਗੱਲਾਂ ਨਾਲ ਨਹੀਂ, ਮੇਰੀ ਗੱਲ ਕਰਕੇ ਵੀ ਤਾਂ ਦਿਖਾਓ ਨਾ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਚੋਲੇ ਬਣੇ ਹੋ, 11 ਮੀਟਿੰਗਾਂ ਹੋ ਗਈਆਂ, ਪੱਲੇ ਕੀ ਪਿਆ ਮੀਟਿੰਗਾਂ ਦੇ ਵਿੱਚ? ਜਿੱਥੋਂ ਪਹਿਲੇ ਗੱਲ ਸ਼ੁਰੂ ਹੋਈ ਸੀ ਹਲੇ ਵੀ ਉੱਥੇ ਹੀ ਖੜੀ ਹੈ। ਦੇਖੋ ਨਾ, ਇੱਕ ਜਦੋਂ ਰਾਜਨੀਤੀ ਜਿੱਥੇ ਹੋ ਜਾਂਦੀ ਹੈ, ਹੁਣ ਤੁਹਾਡੀ ਇੱਕ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਪੰਜਾਬ ਦਾ ਇੰਨੇ ਲੰਬੇ ਸਮੇਂ ਤੋਂ, ਮੈਨੂੰ ਲੱਗਦਾ 10-15 ਸਾਲ ਤੇ ਮੈਨੂੰ ਤੁਹਾਡੇ ਨਾਲ ਡਿਬੇਟ ਹੋ ਗਈ ਕਰਦੇ ਆ, ਤੇ ਇੰਨੇ ਲੰਬੇ ਸਮੇਂ ਤੋਂ ਤੁਸੀਂ ਪੰਜਾਬ ਨੂੰ ਕਵਰ ਕਰਦੇ ਹੋ। ਜਦੋਂ ਪੰਜਾਬ ਦੇ ਵਿੱਚ ਇੰਨੀਆਂ ਖੁਦਕੁਸ਼ੀਆਂ ਹੁੰਦੀਆਂ, 1,25,000 ਕਰੋੜ ਕਰਜ਼ਾ ਪੰਜਾਬ ਕਿਸਾਨਾਂ ਦੇ ਸਿਰ ਤੇ ਹੈ, ਜਦੋਂ ਪੰਜਾਬ ਕਿਸਾਨਾਂ ਦੀ 99% ਜ਼ਮੀਨ ਜਿਹੜੀ ਹੈ ਲਕੀਰ ਵੱਜੀ ਹੋਈ ਹੈ, ਸਿਰਫ 4,000 ਖਰੇ ਨੰਬਰ ਹੈ ਪੰਜਾਬ 'ਚ, ਸ਼ਾਇਦ ਤੁਹਾਨੂੰ ਪਤਾ ਹੋਣਾ। ਉਦੋਂ ਸਾਡਾ ਦਿਲ ਨਹੀਂ ਪਸੀਜਦਾ, ਉਦੋਂ ਵੀ ਸਾਨੂੰ ਓਨਾ ਹੀ ਸਾਨੂੰ ਦਿਲ ਸਾਡਾ ਪਸੀਜਦਾ। ਤੁਸੀਂ ਜਸਟੀਫਿਕੇਸ਼ਨ ਦੇ ਰਹੇ ਹੋ, ਜਸਟੀਫਿਕੇਸ਼ਨ ਕਿਵੇਂ ਦੀ ਜਸਟੀਫਿਕੇਸ਼ਨ ਹੈ ਕਿ ਪਹਿਲਾਂ ਵੀ ਆਤਮ ਹੱਤਿਆਵਾਂ ਹੋ ਰਹੀਆਂ ਜੀ, ਤੇ ਬਾਰਡਰਾਂ ਤੇ ਵੀ ਆਤਮ ਹੱਤਿਆਵਾਂ ਹੋ ਰਹੀਆਂ, ਪਹਿਲਾਂ ਵੀ ਕਰਜ਼ੇ ਚੜੇ ਪਏ ਤੇ ਹੋਰ ਵੀ ਕਰਜ਼ੇ ਚੜੀ ਜਾਂਦੇ। ਇਹ ਜਸਟੀਫਿਕੇਸ਼ਨ ਕਿਵੇਂ ਤੁਸੀਂ ਦੇ ਸਕਦੇ ਹੋ? ਜਦੋਂ ਇੱਕ ਰੈਵੋਲੂਸ਼ਨ ਜਾਂ ਕੋਈ ਸਟੈਪ ਲਿਆ ਜਾਂਦਾ ਹੈ, ਸਰਕਾਰ ਆਪਣੀ ਪਾਪੂਲੈਰਿਟੀ ਨੂੰ ਦਾਅ ਤੇ ਲਾ ਕੇ, ਅੱਜ ਮੋਦੀ ਸਾਹਿਬ ਤੁਸੀਂ ਬਾਰ-ਬਾਰ ਕਹਿੰਦੇ ਹੋ ਜਾਂ ਕਿਸਾਨ ਆਗੂ ਕਹਿੰਦੇ ਨੇ ਕਸੂਨ ਰੱਦ ਕਰ ਦਿਓ, ਕਸੂਨ, ਜਦੋਂ ਸਰਕਾਰ ਨੇ ਐਡਾ ਵੱਡਾ ਸਟੈਪ ਲਿਆ, ਆਪਣੀ ਪਾਪੂਲੈਰਿਟੀ ਸਟੇਕ ਤੇ ਲਾ ਕੇ ਕਿਸ ਵਾਸਤੇ ਲਿਆ? ਉਹ ਕਹਿੰਦੇ ਕਾਰਪੋਰੇਟ ਵਾਸਤੇ ਲਿਆ। ਕਾਰਪੋਰੇਟ ਵਾਸਤੇ ਲਿਆ। ਇਹਦਾ ਕਾਰਪੋਰੇਟ ਵਾਸਤੇ ਲਿਆ ਹੁੰਦਾ, ਜਿਹੜੀਆਂ ਪੁਰਾਣੀਆਂ ਜੇ ਕਾਨੂੰਨ ਇੰਨੇ ਵਧੀਆ ਹੁੰਦੇ ਪੁਰਾਣੇ, ਤੇ ਇੰਨੀਆਂ ਖੁਦਕੁਸ਼ੀਆਂ ਹੁੰਦੀਆਂ। ਹਰ ਦਿਨ 'ਚ 40 ਤੋਂ ਲੈ ਕੇ 50 ਕਿਸਾਨ ਖੁਦਕੁਸ਼ੀ ਕਰਦੇ ਹਿੰਦੁਸਤਾਨ ਦੇ ਵਿੱਚ। ਮਤਲਬ ਇਹ ਕਾਨੂੰਨ ਆਉਣ ਤੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ? ਆਈ ਐਮ ਨੋਟ ਸ਼ੋਰ, ਬਟ ਤੁਸੀਂ ਇੱਕ ਚਾਂਸ ਤੇ ਦਿਓਗੇ। ਅੱਜ ਤੁਸੀਂ ਕਹਿ ਦਿਓ ਮੈਨੂੰ ਕਿ ਇਹ ਵੈਕਸੀਨ ਹਿੰਦੁਸਤਾਨ ਨੇ ਬਣਾਇਆ ਹੈ, ਉਹ ਵੈਕਸੀਨ ਲੱਗਣ ਤੋਂ ਬਾਅਦ ਕਰੋਨਾ ਨਹੀਂ ਹੋਏਗਾ, ਤੁਹਾਨੂੰ ਟ੍ਰਾਇਲ ਕਰਨਾ ਪਏਗਾ ਨਾ। ਤੁਸੀਂ ਟ੍ਰਾਇਲ ਕਰੋਗੇ? ਟ੍ਰਾਇਲ ਐਡਾ ਵੱਡਾ ਟ੍ਰਾਇਲ, ਐਡਾ ਵੱਡਾ ਰਿਸਕ, ਕਿਉਂ? ਕਿਸਾਨਾਂ ਦੀਆਂ ਜ਼ਮੀਨ ਜਾਇਦਾਦਾਂ ਖਤਮ ਕਰਨ ਵਾਲਾ ਟ੍ਰਾਇਲ। ਮਹਾਰਾਜ ਕਿਵੇਂ ਦੀ ਗੱਲ ਕਰਦੇ ਹੋ? ਤੁਸੀਂ ਪੜ੍ਹੇ ਲਿਖੇ ਬੰਦੇ ਹੋ। ਹਾਂ ਬਿਲਕੁਲ। ਤੁਸੀਂ ਮੈਨੂੰ ਦੱਸੋ ਕਿਹੜੀ ਜ਼ਮੀਨ ਚਲੀ ਜਾਏਗੀ? ਕਿਹੜੀ ਜ਼ਮੀਨ ਚਲੀ ਜਾਏਗੀ? ਦੱਸੋ ਜਰਾ। ਮੈਨੂੰ ਇੱਕ ਗੱਲ ਕੰਪਲੀਟ ਕਰਨ ਦਾ ਜਵਾਬ ਦਿਓ। ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਗੱਲ? ਕਿਸਾਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਹੇ? ਭਾਈ ਜਾਨ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਜੱਟ ਨਾ, ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿੰਦਾ, ਪੰਜਾਬ ਦਿਆਂ ਨੂੰ, ਜੱਟ ਤੇ ਵੱਟ ਨਹੀਂ ਛੱਡਦਾ। ਸਾਡੇ ਮਾਝੇ 'ਚ ਜਾ ਕੇ ਵੇਖੋ, ਜੇ ਇੱਕ ਵੱਟ ਪਿੱਛੇ ਕਤਲ ਹੋ ਜਾਂਦੇ ਨੇ, ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ। ਤਾਂ ਨਹੀਂ ਛੱਡ ਰਿਹਾ, ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ। ਤਾਂ ਬੈਠੇ ਨੇ ਬਾਰਡਰਾਂ ਤੇ। ਮੈਂ ਤੁਹਾਨੂੰ ਤਾਂ ਹੀ ਕਹਿੰਦਾ, ਜੱਟ ਨੇ ਵੱਟ ਨਹੀਂ ਛੱਡੀ, ਤਾਂ ਹੀ ਤਾਂ ਬੈਠੇ ਨੇ ਬਾਰਡਰਾਂ ਤੇ। ਤੁਸੀਂ ਲੈਣਾ ਚਾਹੁੰਦੇ ਹੋ, ਦੇਣਾ ਨਹੀਂ ਚਾਹੁੰਦੇ। ਕੀ ਗੱਲਾਂ ਕਰਦੇ ਹੋ? 70 ਸਾਲਾਂ 'ਚ ਸਾਡੀ ਜ਼ਮੀਨਾਂ ਤੇ ਕੋਈ ਅੱਖ ਨਹੀਂ ਰੱਖ ਸਕਿਆ। ਅਸੀਂ ਜ਼ਮੀਨ ਦੇ ਦਿਆਂਗੇ ਆਪਣੀ, ਅਸੀਂ ਜ਼ਮੀਨ ਨਹੀਂ ਦਿੰਦੇ। ਆਹ ਤੁਸੀਂ ਸਾਰਾ ਵਰਲਡ ਸੁਣ ਲੇ, ਜਿਹੜਾ ਬਿਡਨ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ, ਉਹ ਵੀ ਅਸੀਂ ਜ਼ਮੀਨ ਨਹੀਂ ਦਿੰਦੇ। ਸਾਡੀ ਜ਼ਮੀਨਾਂ ਸਾਡੇ ਕੋਲ ਸਿਕਿਉਰ ਨੇ। ਆਹ ਤੇ ਸਿਰਫ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮੁਤਾਬਿਕ ਜਿਹੜੀ ਆਪੋਜੀਸ਼ਨ ਨੇ ਆਪਣੀਆਂ ਨਾਕਾਮੀਆਂ ਦੇ ਪਿੱਛੇ ਛੁਪਣ ਵਾਸਤੇ ਇੱਕ ਆ ਗੇਮ ਸਾਰੀ ਚਲਾਈ, ਇੱਕ ਆ ਮੁਹਿੰਮ ਚਲਾਈ। ਕਿਉਂ ਮੁਹਿੰਮ ਚਲਾਈ? ਕਿਉਂਕਿ ਇੰਨੀ ਸਟਰੋਂਗ ਆਪੋਜੀਸ਼ਨ ਹੈ ਤੁਹਾਡੀ ਕਿ ਤੁਹਾਡਾ ਤੁਸੀਂ ਸਾਰਥਕ ਕੰਮ ਕਰਨਾ ਚਾਹੁੰਦੇ ਹੋ, ਉਹ ਤਾਂ ਦਿਖਿਆ ਨਹੀਂ। ਤੁਹਾਡਾ ਨੈਗੇਟਿਵ ਚੀਜ਼ਾਂ ਉਹਨਾਂ ਨੇ ਉੱਪਰ ਉਛਾਲਤੀਆਂ, ਤੁਹਾਨੂੰ ਲੱਗਿਆ ਹੈ ਇੰਨੀ ਸਟਰੋਂਗ ਹੈ ਤੁਹਾਡੀ। ਤੁਸੀਂ ਕਹਿੰਦੇ ਹੋ ਕਿ ਵਿਸ਼ਵ ਦੇ ਵਿੱਚ ਸਭ ਤੋਂ ਵੱਡੀ ਸਾਡੀ ਪਾਰਟੀ ਹੈ, ਸਭ ਤੋਂ ਵੱਡੇ ਸਾਡੇ ਬੰਦੇ ਨੇ, ਫਿਰ ਵੀ ਤੁਹਾਨੂੰ ਲੱਗਦਾ ਕਿ ਛੋਟੀ ਜਿਹੀ ਆਪੋਜੀਸ਼ਨ ਉਹ ਤੁਹਾਡਾ ਕਿਸਾਨਾਂ ਨੂੰ ਵਰਗਲਾ ਕੇ ਲੈ ਗਈ। ਮੈਂ ਬਾਈ ਗੁੱਡ, ਮੈਂ ਤੁਹਾਨੂੰ ਸਹੀ ਕਹਿਣਾ ਚਾਹੁੰਦਾ। ਯੈਸ, ਇੱਕ ਮੁੱਖ ਮੰਤਰੀ ਜਿਹੜਾ ਇਸ ਵਕਤ ਬਣਿਆ ਬੈਠਾ ਪੰਜਾਬ ਦਾ, ਉਹਨੇ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਵੀ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗਾ। ਉਹਦੇ ਉੱਪਰ ਕਿਸੇ ਨੇ ਧਰਨੇ ਨਹੀਂ ਲਾਏ, ਉਹਦੇ ਘਰ ਦੇ ਬਾਹਰ ਕਿਸੇ ਨੇ ਪ੍ਰਦਰਸ਼ਨ ਨਹੀਂ ਕੀਤੇ। ਉਹਨੇ ਕਿਹਾ ਮੈਂ 90,000 ਕਰੋੜ ਦਾ ਕਰਜ਼ਾ ਮਾਫ ਕਰ ਦਿਆਂਗਾ, 4,000 ਕਰੋੜ ਦਾ ਕੀਤਾ, ਬਾਕੀ ਕਿਤੇ ਨਹੀਂ ਕੀਤਾ। ਉਹਦੇ ਘਰ ਦੇ ਬਾਹਰ ਤੁਸੀਂ ਧਰਨੇ ਨਹੀਂ ਲਾਏ।
ਜ਼ਮੀਨਾਂ ਸਾਡੀਆਂ ਗਿਰਵੀ ਹੋ ਗਈਆਂ 99%, ਉਹਦੇ ਘਰ ਦੇ ਬਾਅਦ ਧਰਨੇ ਨਹੀਂ ਲਾਏ। ਫਿਰ ਤੁਸੀਂ ਕਹਿੰਦੇ ਪੋਲਿਟਿਕਸ ਨਹੀਂ ਹੈ, ਆ ਰਾਜਨੀਤੀ ਨਹੀਂ। ਰਾਜਨੀਤੀ ਨਹੀਂ ਤੇ ਕੀ ਹੈ? ਉਹਨੇ ਕੀ ਕੀਤਾ? ਉਹਦੇ ਕੋਲ ਤਾਂ ਬੜਾ ਵਧੀਆ ਪਲੇਟਫਾਰਮ ਹੈ ਅੱਜ ਦੀ ਡੇਟ 'ਚ। ਨਹੀਂ, ਗੱਲ ਸੁਣ ਲਓ ਪਹਿਲਾਂ। ਸੋਈ ਸਾਹਿਬ, ਕਦੇ ਕਿਸੇ ਕਿਸਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਲਈ ਬਹੁਤ ਵਧੀਆ ਕੰਮ ਕੀਤੇ? ਕਦੇ ਕਿਸੇ ਕਿਸਾਨ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖਤਮ ਕਰ ਦਿੱਤਾ? ਜੇ ਤਾਂ ਅਜਿਹਾ ਕਿਹਾ ਹੁੰਦਾ ਤਾਂ ਤੁਸੀਂ ਇਹ ਕਹਿਣ ਜੋਗੇ ਹੁੰਦੇ ਕਿ ਦੇਖੋ ਇਹ ਫੇਵਰਿਟਿਜ਼ਮ ਹੋ ਰਿਹਾ। ਕਿਸਾਨ ਤਾਂ ਸੂਬਾ ਸਰਕਾਰਾਂ ਤੋਂ ਵੀ ਦੁਖੀ ਹੈ, ਕੇਂਦਰ ਸਰਕਾਰਾਂ ਤੋਂ ਵੀ ਦੁਖੀ ਹੈ। ਜਿੰਨਾ ਉਹ ਤੁਹਾਡੀ ਸਰਕਾਰ ਤੋਂ ਦੁਖੀ ਹੈ, ਉਹਨਾਂ ਸੂਬਾ ਸਰਕਾਰ ਤੋਂ ਵੀ ਦੁਖੀ ਹੈ। ਕਿਹੜਾ ਹੱਕ ਦੇ ਵਿੱਚ ਨਾਰਾ ਮਾਰਤਾ ਕਿਸਾਨਾਂ ਨੇ, ਇਹ ਦੱਸ ਦਿਓ। ਸੂਬਾ ਸਰਕਾਰ ਦੇ ਹੱਕ ਦੇ ਵਿੱਚ ਕਿੱਥੇ ਰੈਲੀ ਕਰ ਦਿੱਤੀ? ਉਹ ਤਾਂ ਸੂਬਾ ਸਰਕਾਰ ਨੂੰ ਵੀ ਉਨਾ ਹੀ ਮਾੜਾ ਮੰਨਦੇ ਆ ਜਿੰਨਾ ਤੁਹਾਡੀ ਸਰਕਾਰ ਹੈਗੀ। ਮੈਂ ਤੁਹਾਨੂੰ ਦੱਸਣਾ ਆ, ਤੁਹਾਡੇ ਟੀਵੀ ਚੈਨਲਾਂ ਨੇ ਸਾਰਿਆਂ ਨੇ ਚਲਾਇਆ ਹੈ ਜੀ। ਆ ਜਿਹੜਾ ਕੈਪਟਨ ਨੇ ਆਪਣੇ ਕਿਸਾਨਾਂ ਨੂੰ ਸਪੋਰਟ ਕੀਤੀ ਹੈ, ਉਹਦਾ ਫਤਵਾ ਇਹਨਾਂ ਨੂੰ ਜਿਹੜੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਉਹਦੇ 'ਚ ਮਿਲਿਆ। ਉਹਦੇ 'ਚ ਇਹਨਾਂ ਨੂੰ ਇੰਨੀਆਂ ਸੀਟਾਂ ਮਿਲੀਆਂ ਹੈਗੀਆਂ। ਇਹ ਤਾਂ ਕਾਂਗਰਸ ਦੇ ਬੁਲਾਰੇ ਕਹਿੰਦੇ ਨੇ ਨਾ, ਇਹ ਤਾਂ ਕਾਂਗਰਸ ਦੇ ਬੁਲਾਰੇ ਦਾਵਾ ਕਰਦੇ ਨੇ ਤੁਹਾਡਾ ਸਫਾਇਆ ਹੋ ਗਿਆ, ਤੁਹਾਨੂੰ ਇਹਦਾ ਨਤੀਜਾ ਮਿਲ ਗਿਆ, ਤੇ ਉਹ ਫਿਰ ਕਿਸੇ ਨਾ ਕਿਸੇ ਪਾਰਟੀ ਨੂੰ ਤਾਂ ਵੋਟ ਮਿਲਣੀ ਸੀ ਨਾ। ਕਹਿ ਰਹੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਇਹਨਾਂ ਨੂੰ ਵਰਗਲਾ ਕੇ, ਭੜਕਾ ਕੇ, ਉਗਲਵਾ ਕੇ, ਜੋ ਵੀ ਕਰਾ ਕੇ ਅਸੀਂ ਇੱਕ ਆਪਣੀ ਪੋਲੀਟੀਕਲ ਜ਼ਮੀਨ ਜਿਹੜੀ ਹੈ ਉਹ ਤਲਾਸ਼ ਲਈ। ਅੱਜ ਸਾਰੀਆਂ ਉਹਨਾਂ ਦੀਆਂ ਨਕਾਮੀਆਂ ਫੇਲ ਹੋ ਗਈਆਂ ਹਰਪ੍ਰੀਤ ਜੀ। ਉਹਨਾਂ ਦੀਆਂ ਜਿਹੜੇ ਉਹਨਾਂ ਕੋਲ ਲੋਕਾਂ ਨੇ ਕੁਐਸਚਨ ਪੁੱਛਣੇ ਸੀਗੇ 6-7 ਮਹੀਨਿਆਂ ਬਾਅਦ, ਉਹ ਕੁਐਸਚਨ ਕਿੱਥੇ ਚਲੇ ਗਏ? ਉਹ ਕੁਐਸਚਨ ਜਾ ਕੇ ਸਿੰਘੂ ਬਾਰਡਰ ਤੇ ਬਹਿ ਗਏ, ਟਿਕਰੀ ਬਾਰਡਰ ਤੇ ਬਹਿ ਗਏ, ਦੂਜੀ ਜਗ੍ਹਾ ਤੇ ਜਾ ਕੇ ਬਹਿ ਗਏ। ਮੌਕਾ ਤੁਸੀਂ ਦਿੱਤਾ, ਅਸੀਂ ਨਹੀਂ ਦਿੱਤਾ ਮੌਕਾ। ਅਸੀਂ ਤੇ ਉਹਨਾਂ ਵਾਸਤੇ ਤੁਹਾਨੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ ਸੋਈ ਸਾਹਿਬ, ਚਲੋ ਤੁਸੀਂ ਜਿਹੜਾ ਮਰਜ਼ੀ ਬਿਜ਼ਨਸ ਕਰਦੇ ਹੋ ਮੈਨੂੰ ਨਹੀਂ ਪਤਾ, ਜੇ ਉਸ ਬਿਜ਼ਨਸ ਦੇ ਸੰਬੰਧ ਦੇ ਵਿੱਚ ਜੇ ਮੈਂ ਅੱਜ ਕੋਈ ਲਾਅ ਲੈ ਕੇ ਆਣਾ, ਮੈਂ ਕੋਈ ਕਾਨੂੰਨ ਲੈ ਕੇ ਆਣਾ, ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਨਾ ਕਿ ਸੋਈ ਸਾਹਿਬ ਮੈਂ ਤੁਹਾਡੇ ਉੱਤੇ ਇਹ ਥੋਪਣ ਵਾਲਾ, ਮੈਂ ਤੁਹਾਡੇ ਤੇ ਲਾਗੂ ਕਰਨ ਵਾਲਾ ਕਿ ਇਹਦੇ 'ਚ ਤੁਹਾਡੀ ਰਾਏ ਹੈਗੀ ਹੈ ਕਿ ਤੁਹਾਨੂੰ ਇਹ ਠੀਕ ਲੱਗ ਰਿਹਾ, ਮਾੜਾ ਲੱਗ ਰਿਹਾ, ਚੰਗਾ ਲੱਗ ਰਿਹਾ, ਜਾਂ ਮੈਂ ਤੁਹਾਨੂੰ ਬਿਨਾਂ ਪੁੱਛੇ ਤੁਹਾਨੂੰ ਕਹਾਂ ਲਓ ਸੋਈ ਸਾਹਿਬ ਕੱਲ ਤੋਂ ਇਹ ਕਾਨੂੰਨ ਤੁਹਾਡੇ ਤੇ ਲਾਗੂ ਹੋ ਗਿਆ, ਹੁਣ ਮੰਨਣਾ ਨਹੀਂ ਮੰਨਣਾ ਇਹ ਲੋਕਤੰਤਰ ਹੈ, ਮੈਂ ਚੁਣੀ ਹੋਈ ਸਰਕਾਰ ਹੈਗੀ ਆ, ਮੈਂ ਤੁਹਾਡੇ ਤੇ ਲਾਗੂ ਕਰ ਦਿੰਦਾ। ਬੜਾ ਵਧੀਆ ਤੁਸੀਂ ਕੁਐਸਚਨ ਕੀਤਾ ਹੈਗਾ। ਜਦੋਂ ਅਸੀਂ ਪੀਪਲ ਵੈਲਫੇਅਰ ਵਾਸਤੇ, ਗਵਰਨਮੈਂਟ ਕੀ ਹੁੰਦੀ ਹੈ? ਦਿਸ ਇਜ਼ ਅ ਵੈਲਫੇਅਰ ਸਟੇਟ। ਅਸੀਂ ਲੋਕਾਂ ਦੇ ਫਾਇਦੇ ਵਾਸਤੇ ਕੰਮ ਕਰਨੇ ਆ। ਜਦੋਂ ਕੋਰੋਨਾ ਹੋਇਆ ਉਦੋਂ ਮੋਦੀ ਸਾਹਿਬ ਨੇ ਜਾਂ ਮੋਦੀ ਸਾਹਿਬ ਦੀ ਸਰਕਾਰ ਨੇ ਕਿਸੇ ਨੂੰ ਪੁੱਛਿਆ ਕਿ ਤੁਹਾਡੇ ਘਰ ਰਾਸ਼ਨ ਆ ਰਿਹਾ 10-10 ਕਿਲੋ ਅਸੀਂ ਪੈਕੇਟ ਭੇਜ ਰਹੇ ਹਾਂ? ਹਰ ਘਰਾਂ 'ਚ ਰਾਸ਼ਨ ਗਿਆ, ਹਰ ਘਰਾਂ 'ਚ ਦਾਲ ਗਈ, ਹਰ ਘਰਾਂ 'ਚ ਆਟਾ ਗਿਆ, ਕਿੱਟਾਂ ਗਈਆਂ। ਕਿਉਂ ਗਈਆਂ? ਕਿਉਂਕਿ ਵੈਲਫੇਅਰ ਸਟੇਟ ਹੈ। ਅੱਜ ਜੇ ਲੱਗ ਰਿਹਾ ਹੈਗਾ ਕਿ ਹਰ ਵਰੇ ਕਿਸਾਨਾਂ ਦੇ 15,000 ਕਿਸਾਨ ਖੁਦਕੁਸ਼ੀ ਕਰ ਰਹੇ ਨੇ, ਅਸੀਂ ਵੇਖਦੇ ਰਹੀਏ, ਅਸੀਂ ਸੁੱਤੇ ਰਹੀਏ? ਅਸੀਂ ਉਹਨਾਂ ਦੇ ਫਾਇਦੇ ਵਾਸਤੇ ਕਾਨੂੰਨ ਬਣਾਏ ਨੇ। ਦੇਖੋ ਆ ਤੁਹਾਡੀ ਹੁਣ ਵੀ ਤਾਂ ਤੁਸੀਂ ਚਰਚਾ ਕਰ ਰਹੇ ਹੋ ਨਾ ਉਹਨਾਂ ਨਾਲ, ਹੁਣ ਵੀ ਤਾਂ ਮੀਟਿੰਗਾਂ ਕਰ ਰਹੇ ਹੋ। ਜੇ ਇਹ ਮੀਟਿੰਗਾਂ ਪਹਿਲਾਂ ਹੋ ਜਾਂਦੀਆਂ ਤਾਂ ਬਿਹਤਰ ਨਾ ਰਹਿੰਦਾ। ਹੁਣ ਸਾਰਾ ਕੁਝ ਕਰ ਰਹੇ ਹੋ ਨਾ ਤੁਸੀਂ, 99% ਅਮੈਂਡਮੈਂਟ ਕਰਨ ਲਈ ਤਿਆਰ ਹੋ ਕਿ ਤੁਸੀਂ ਕਾਨੂੰਨ ਦਾ ਨਾਮ ਨਾ ਬਦਲੋ ਜੀ, 99% ਅਸੀਂ ਚੇਂਜ ਕਰ ਦਨੇ ਤੇ ਇਹ ਕੰਮ ਪਹਿਲਾਂ ਹੋ ਜਾਂਦਾ ਤਾਂ ਇਹ ਐਡੀ ਨੌਬਤ ਹੀ ਨਾ ਆਉਂਦੀ। ਹਾਂ, ਤੁਸੀਂ ਆਪਣੇ ਆਪ ਹੀ ਕਿਹਾ ਕਿ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ। ਤੁਹਾਡੇ ਮੰਤਰੀਆਂ ਨੇ ਕਿਹਾ ਜਨਾਬ, ਮੈਂ ਕਹਿ ਰਿਹਾ ਸਾਰੇ ਸਾਡੇ ਮੰਤਰੀਆਂ ਨੇ ਵੀ ਕਿਹਾ, ਈਵਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਕਿਹਾ, ਹੋਮ ਮਿਨਿਸਟਰ ਸਾਹਿਬ ਨੇ ਵੀ ਕਿਹਾ, ਅਸੀਂ ਅਮੈਂਡਮੈਂਟ ਜਿੱਥੇ ਤੁਹਾਨੂੰ ਕੋਈ ਡਾਊਟ ਲੱਗਦਾ ਕਰਨ ਨੂੰ ਤਿਆਰ ਹਾਂ। ਕਿਉਂ ਨਹੀਂ ਕਰਾਂਗੇ? ਪਬਲਿਕ ਫਰੈਂਡਲੀ ਹੈ ਨਾ। ਤੁਸੀਂ ਕਹਿੰਦਾ ਵੀ ਹੁਣ ਅਸੀਂ ਕਿਉਂ ਨਹੀਂ? ਹੁਣ ਸੁਪਰੀਮ ਕੋਰਟ ਨੇ ਕਾਨੂੰਨਾਂ ਤੇ ਰੋਕ ਲਾਤੀ। ਹਿੰਦੁਸਤਾਨ ਦੀ ਸਰਕਾਰ ਨੇ ਜਦੋਂ 11ਵੇਂ ਦੌਰ ਦੀ ਮੀਟਿੰਗ ਕੀਤੀ ਹੈ, 1.5 ਵਰੇ ਦਾ ਦੇਤਾ ਕਿ 1.5 ਵਰੇ ਵਾਸਤੇ ਕਾਨੂੰਨ ਅਸੀਂ ਸਸਪੈਂਡ ਕਰ ਦਿੰਦੇ ਹਾਂ। ਤੁਸੀਂ ਇੱਕ ਕਮੇਟੀ ਬਣਾ ਦਿੰਦੇ ਆ, ਜਿਹੜੀ ਕਮੇਟੀ ਜੋ ਡਿਸਾਈਡ ਕਰੇਗੀ, ਕਮੇਟੀ ਕਰੇਗੀ ਆ ਅਮੈਂਡਮੈਂਟ ਕਰਨੀ ਹੈ, ਅਮੈਂਡਮੈਂਟ ਕਰ ਲਓ, ਇਹਨੂੰ ਸਕ੍ਰੈਪ ਕਰਨਾ ਕਮੇਟੀ ਆ ਵੀ ਉੱਚ ਉਹਨੂੰ ਕਿਹਾ, ਪ੍ਰਪੋਜ਼ਲ ਦਿੱਤੀ ਹੈ ਕਿ ਜੇ ਤੁਸੀਂ ਕਮੇਟੀ ਕਹੇਗੀ ਕਿ ਕਾਨੂੰਨ ਨਹੀਂ ਚਾਹੀਦੇ ਉੱਤੇ ਵੀ ਵਿਚਾਰ ਕੀਤਾ ਜਾਏਗਾ। ਜਿਹੜੀਆਂ ਅਮੈਂਡਮੈਂਟਸ ਕਿਸਾਨ ਵੀਰ ਚਾਹਨ ਉਹਦੇ ਵਾਸਤੇ ਜਦੋਂ ਗਵਰਨਮੈਂਟ ਆਫ ਇੰਡੀਆ ਇੰਨੀ ਓਪਨ ਮਾਈਂਡ ਐਂਡ ਹਾਰਟ ਐਂਡ ਦੇ ਨਾਲ, ਸੋਲ ਦੇ ਨਾਲ ਖੜੀ ਹੈ, ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਫਾਇਦੇ ਵਾਸਤੇ ਖੜੀ ਹੈ, ਤੇ ਵੀ ਸ਼ੁੱਡ ਬੀ ਪੋਜ਼ਿਟਿਵ। ਅਸੀਂ ਹੁਣ ਬੈਕ ਫੁੱਟ ਤੇ ਹੋ ਜਾਈਏ ਕਿ ਇੱਕ ਅਸੀਂ ਨਾਰਾ ਬਣ ਕੇ ਪੋਲੀਟੀਕਲ ਪਾਰਟੀਆਂ ਦਾ ਦਿੱਤਾ ਹੋਇਆ ਨਾਰਾ ਮੂੰਹ 'ਚ ਪਾ ਕੇ ਵੀ ਅਸੀਂ ਆ ਜੀ ਇੱਦਾਂ ਰੱਦ ਹੀ ਕਰਾਣੇ ਹੈਗੇ। ਤੁਹਾਨੂੰ ਪਤਾ ਜਦੋਂ ਲਾਸਟ ਪ੍ਰਪੋਜ਼ਲ ਆਈ ਹੈ ਕਿਸਾਨ ਜਥੇਬੰਦੀਆਂ ਦੀ ਆਪਸ 'ਚ ਵੋਟਿੰਗ ਹੋਈ ਹੈ, ਤੁਹਾਨੂੰ ਪਤਾ? ਨਹੀਂ, ਮੈਨੂੰ ਨਹੀਂ ਪਤਾ ਅੰਦਰਲੀ ਗੱਲ, ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਅੰਦਰਲੀ ਗੱਲ। 15 ਜਥੇਬੰਦੀ ਇਹਨਾਂ ਨੇ ਆਪ ਕਿਹਾ ਹੈ, ਪ੍ਰੈਸ ਕਾਨਫਰੰਸ 'ਚ ਕਿਹਾ ਕਿ 15 ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਹੱਕ 'ਚ ਵੀ ਪ੍ਰਪੋਜ਼ਲ ਐਕਸੈਪਟ ਕਰ ਲੈਣੀ ਚਾਹੀਦੀ ਹੈ, 17 ਨੇ ਇਹਨੂੰ ਮੰਨਿਆ ਨਹੀਂ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈਗਾ ਕਿ ਪੀਪਲ ਦੇ ਆਰ ਲੁਕਿੰਗ ਐਟ ਕਿ ਆ ਜਿਹੜੇ ਕਾਨੂੰਨ ਹੈਗੇ ਨੇ ਜਾਂ ਜਿਹੜੀ ਪ੍ਰਪੋਜ਼ਲ ਸਰਕਾਰ ਨੇ ਦਿੱਤੀ ਹੈ ਇਹਨੂੰ ਮੰਨ ਕੇ ਅਸੀਂ ਮੂਵ ਫਾਰਵਰਡ ਕਰੀਏ। ਸਭ ਕਿੰਨਾ ਕੁ ਮੁਸ਼ਕਲ ਹੈ ਕਾਨੂੰਨ ਵਾਪਸ ਕਰਨੇ, ਕਿੰਨਾ ਕੁ ਮੁਸ਼ਕਲ ਹੈ? ਮਤਲਬ ਮੈਨੂੰ ਇਹ ਸਮਝ ਤੋਂ ਬਾਹਰ ਹੋ ਜਾਂਦਾ ਕਈ ਵਾਰੀ ਕੰਮ, ਜਦੋਂ ਤੁਸੀਂ ਕਹਿੰਦੇ ਹੋ ਕਿ ਸਭ ਕੁਝ ਬਦਲਣ ਨੂੰ ਤਿਆਰ ਆ, ਜਿੰਨੀਆਂ ਉਹਨਾਂ ਨੇ ਸ਼ਰਤਾਂ ਗਣੀਆਂ ਬਦਲਣ ਨੂੰ ਤਾਂ ਹੀ ਤਿਆਰ ਹੋ ਕਿ ਉਹਦੇ 'ਚ ਖਾਮੀਆਂ ਹੈਗੀਆਂ, ਉਹਦੇ 'ਚ ਕੁਝ ਕਮੀਆਂ, ਤਾਂ ਹੀ ਤੁਸੀਂ ਬਦਲਣ ਨੂੰ ਤਿਆਰ ਹੋ। ਜੇ ਕੋਈ ਚੀਜ਼ ਦੇ ਵਿੱਚ ਖਾਮੀਆਂ ਹੈ, ਉਹਨਾਂ ਖਾਮੀਆਂ ਨੂੰ ਠੀਕ ਕਰਨ ਦੀ ਬਜਾਏ ਅਸੀਂ ਸਾਰਾ ਕੁਝ ਨਵਾਂ ਕਿਉਂ ਨਹੀਂ ਦੇ ਦਿੰਦੇ? ਅਸੀਂ ਬਦਲ ਕਿਉਂ ਨਹੀਂ ਦਿੰਦੇ? ਕਿੰਨਾ ਕੁ ਮੁਸ਼ਕਲ ਹੈ ਸਰਕਾਰ?
1.5 ਸਾਲ ਵਾਸਤੇ ਕਾਨੂੰਨਾਂ ਤੇ ਰੋਕ ਲਾਉਣ ਦਾ ਪ੍ਰਸਤਾਵ ਸਰਕਾਰ ਲੈ ਕੇ ਆਈ ਸੀ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਉਹ ਪ੍ਰਸਤਾਵ 'ਚ ਵੀ ਸੀਗਾ ਕਿ ਅਸੀਂ ਸਾਰੀ ਡਿਸਕਸ਼ਨ ਕਰਾਂਗੇ ਇਹਦੇ ਉੱਪਰ। ਹੁਣ ਕੋਈ ਵੀ ਮਸਲਾ ਜਿਹੜਾ ਹੁੰਦਾ, ਹੁਣ ਸੂਬੇ ਦਾ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ, ਉਹ ਕਹਿ ਰਿਹਾ ਕਿ ਜਿਹੜਾ ਇਹਦਾ ਹੱਲ ਹੋਣਾ ਹੈ ਆ ਮਿਲ ਬੈਠ ਕੇ ਹੀ ਹੋਣਾ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਜੇ ਵਰਲਡ ਵਾਰ 2 ਲੱਗੀ ਸੀ ਤੇ ਉਹਦਾ ਹੱਲ ਵੀ ਬੈਠ ਕੇ ਹੀ ਹੋਇਆ ਸੀਗਾ। ਹੁਣ ਜੇ ਵਰਲਡ ਵਾਰ 2 ਨੂੰ ਇਹਦੇ ਨਾਲ ਕੰਪੇਅਰ ਕਰਦਾ ਸੂਬੇ ਦਾ ਮੁੱਖ ਮੰਤਰੀ, ਤੇ ਇਹਦਾ ਮਤਲਬ ਹੈਗਾ ਕਿ ਪੰਜਾਬ ਦਾ ਸੂਬਾ ਹੈ, ਜਿਹੜੀ ਤੁਸੀਂ ਕੱਲ ਗਿਣਾਈਆਂ ਮੈਨੂੰ ਡੈਥ ਗਿਣਾਈਆਂ, ਉਹਦੇ ਚੋਂ 95% ਤੇ ਪੰਜਾਬ ਦੇ ਕਿਸਾਨਾਂ ਦੀਆਂ ਹੋਈਆਂ, ਪੰਜਾਬ ਹੀ ਸ਼ਹਾਦਤਾਂ ਦੇ ਰਿਹਾ। ਤੇ ਇਹਦਾ ਮਤਲਬ ਹੈਗਾ ਕਿ ਸਾਨੂੰ ਮਿਲ ਬੈਠ ਕੇ ਹੀ ਆ ਜਿਹੜੀ ਗੱਲਬਾਤ ਕਰਨੀ ਪੈਣੀ ਹੈਗੀ। ਬਾਕੀ ਬੜੇ ਸਾਰੇ ਮਾਹਰ ਕੁਝ ਸੁਜੈਸ਼ਨ ਦਿੰਦੇ ਨੇ, ਨਾ ਇਹ ਮੇਰਾ ਸੁਜੈਸ਼ਨ ਹੈ ਨਾ ਕਿਸਾਨ ਜਥੇਬੰਦੀਆਂ ਦਾ। ਟੂ ਬੀ ਵੈਰੀ ਫਰੈਂਕ, ਬੜਾ ਕਲੀਅਰ ਦੱਸਦੀ ਹੈ ਕਿ ਸੁਜੈਸ਼ਨ ਜਿਹੜਾ ਬੜੇ ਸਾਰੇ ਮਾਹਰ ਕਹਿੰਦੇ ਨੇ ਕਿ ਕਿਸਾਨ ਜਥੇਬੰਦੀਆਂ ਇੱਕ ਆਪਣੇ ਵੱਲੋਂ ਪ੍ਰਪੋਜ਼ਲ ਇਹ ਵੀ ਬਣਾ ਸਕਦੀਆਂ ਸੀ ਕਿ ਤੁਸੀਂ 1.5 ਸਾਲ ਕਹਿੰਦੇ ਹੋ, ਅਸੀਂ 3 ਸਾਲ ਚਾਹੁੰਦੇ ਹਾਂ ਕਿ ਇਸ ਕਾਨੂੰਨ ਤੇ ਰੋਕ ਲੱਗੇ, ਕਮੇਟੀ ਬਣੇ, ਉਸ ਕਮੇਟੀ ਦੀ ਅਪਰੂਵਲ ਹੋਵੇ ਤਾਂ ਹੀ ਕਾਨੂੰਨ ਲਾਗੂ ਹੋਣ, ਨਹੀਂ ਤਾਂ ਨਾ ਹੋਣ। ਜੇ ਇਦਾਂ ਦਾ ਕੋਈ ਪ੍ਰਪੋਜ਼ਲ, ਮੈਨੂੰ ਨਹੀਂ ਪਤਾ ਕਿ ਇਹਦੇ ਤੇ ਸਹਿਮਤੀ ਹੈ ਕਿ ਨਹੀਂ ਹੈ, ਮੈਂ ਵੈਸੇ ਗੱਲ ਕਰ ਰਿਹਾ ਕਿ ਮਾਹਰ ਕੀ ਕਹਿੰਦੇ ਨੇ ਕਿ ਜੇ ਕਿਸਾਨ ਜਥੇਬੰਦੀਆਂ 3 ਸਾਲ ਦੀ ਰੋਕ ਦਾ ਪ੍ਰਪੋਜ਼ਲ ਤੁਹਾਡੇ ਕੋਲ ਲੈ ਕੇ ਆਉਂਦੀਆਂ ਨੇ, ਨਾਲ ਇੱਕ ਸ਼ਰਤ ਇਹ ਵੀ ਵਿੱਚ ਰੱਖੀ ਜਾਂਦੀ ਹੈ ਕਿ ਜੇ ਸਹਿਮਤੀ ਬਣੇਗੀ ਤਾਂ ਹੀ ਕਾਨੂੰਨ ਲਾਗੂ ਕਰਨੇ, ਨਹੀਂ ਤਾਂ ਕਾਨੂੰਨ ਨਾ ਲਾਗੂ ਕੀਤੇ ਜਾਣ, MSP ਕਾਨੂੰਨ ਦਾ ਰੂਪ ਧਾਰਨ ਕਰਾਇਆ ਜਾਵੇ। ਇਹ ਜਿਹੜੀਆਂ ਸ਼ਰਤਾਂ ਨੇ ਜਾਂ ਇਹ ਜਿਹੜੀਆਂ ਗੱਲਾਂ ਨੇ, ਇਹ ਤੁਹਾਡੇ ਤੱਕ ਪ੍ਰਪੋਜ਼ਲ ਲੈ ਕੇ ਆਇਆ ਜਾਂਦਾ ਤਾਂ ਕਿ ਸਰਕਾਰ ਇਸ ਤੇ ਗੌਰ ਕਰੇਗੀ। ਦੇਖੋ, ਸਰਕਾਰ ਨੇ ਜਦੋਂ ਪਹਿਲੀ ਪ੍ਰਪੋਜ਼ਲ ਦਿੱਤੀ ਸੀਗੀ 1.5 ਸਾਲ ਦੀ, ਉਹਦੇ ਵਿੱਚ ਕੰਡੀਸ਼ਨ ਸੀਗੀਆਂ ਕਿ ਉਦੋਂ ਕਮੇਟੀ ਬਣਾ ਦਿੱਤੀ ਜਾਏਗੀ। ਉਹ ਕਮੇਟੀ ਡਿਸਾਈਡ 1.5 ਸਾਲ ਦੀ ਨਹੀਂ, ਮੈਂ 3 ਸਾਲ ਦੀ ਗੱਲ ਕਰ ਰਿਹਾ। 1.5 ਸਾਲ ਦੀ ਮੈਂ ਤੁਹਾਨੂੰ ਪਹਿਲੇ ਪੂਰੇ ਉਹਦੀ ਭੂਮਿਕਾ ਦੱਸ ਦਿੰਦਾ। 1.5 ਸਾਲ ਦੀ ਜਦੋਂ ਬਣਾਈ ਗਈ ਸੀ, ਉਹਦੇ 'ਚ ਆ ਸੀਗਾ ਕਿ ਜਿਹਦੀ ਕਮੇਟੀ ਬਣਾਈ ਜਾਏਗੀ, ਕਮੇਟੀ ਇੱਥੇ ਸਾਰੀਆਂ ਡਿਸਕਸ਼ਨਸ ਕਰੇਗੀ, ਉਸ ਤੋਂ ਬਾਅਦ ਹੀ ਕਾਨੂੰਨ ਲਾਗੂ ਕੀਤੇ ਜਾਣਗੇ। ਤੇ ਹੁਣ ਜੇ ਕੋਈ ਕਿਸਾਨ ਜਥੇਬੰਦੀਆਂ 3 ਸਾਲ ਦੀ ਪ੍ਰਪੋਜ਼ਲ ਲੈ ਕੇ ਆਉਂਦੀਆਂ ਹੈਗੀਆਂ ਤੇ ਡੋਰਸ ਆਰ ਓਪਨ। ਹੁਣ ਬੈਠਾਂਗੇ ਤੇ ਕੋਈ ਹੱਲ ਹੋਏਗਾ ਨਾ। ਜੇ ਪਹਿਲਾਂ ਬੈਠੇ 11 ਮੀਟਿੰਗਾਂ ਬਾਅਦ 1.5 ਸਾਲ ਲਈ ਕਾਨੂੰਨ ਰੱਦ ਕਰਨ ਲਈ ਜਾਂ ਕਾਨੂੰਨ ਸਸਪੈਂਡ ਕਰਨ ਲਈ ਹੱਲ ਨਿਕਲ ਆਇਆ ਨਾ, ਸਰਕਾਰ ਨੇ ਆਫਰ ਦੇ ਦਿੱਤੀ। ਜੇ ਦੁਬਾਰਾ ਬੈਠਾਂਗੇ ਤੇ ਹੱਲ ਨਿਕਲੇਗਾ। ਜੇ ਅਸੀਂ ਬੈਠਣਾ ਹੀ ਨਹੀਂ ਹੈ, ਅਸੀਂ ਬੈਠਣਾ ਹੀ ਨਹੀਂ ਚਾਹੁੰਦੇ, ਅਸੀਂ ਇੱਕ ਪੁਆਇੰਟ ਬਿੰਦੂ ਤੇ ਲੋਕਾਂ ਦੇ ਛਲਾਵੇ 'ਚ ਆ ਕੇ ਬੈਠੇ ਹੋਏ ਆ, ਆਪਣਾ ਨੁਕਸਾਨ ਕਰ ਰਹੇ ਆ। ਤੁਸੀਂ ਇੱਥੇ ਬੋਲ ਰਹੇ ਹੋ ਇਹਨੇ ਅਧਿਕਾਰ ਖੇਤਰ ਹੈਗਾ ਤੁਹਾਡੇ ਕੋਲ? ਤੁਸੀਂ ਦੇਖੋ ਇਸ ਤਰ੍ਹਾਂ ਹੁੰਦਾ ਹੈ, ਤੁਸੀਂ ਕਹਿ ਰਹੇ ਹੋ ਕਿ ਜੇ 3 ਸਾਲ ਦੀ ਪ੍ਰਪੋਜ਼ਲ ਆਉਂਦੀ ਹੈ ਤਾਂ ਬੈਠਾਂਗੇ, ਗੱਲਬਾਤ ਕਰਾਂਗੇ, ਸ਼ਾਇਦ ਸਹਿਮਤੀ ਬਣ ਵੀ ਜਾਵੇ। ਇਹ ਤੁਹਾਡੇ ਅਧਿਕਾਰ ਖੇਤਰ 'ਚ ਹੈਗਾ? ਮੁੜ ਕੇ ਇਹ ਨਾ ਹੋਵੇ ਨਾ ਕਿ ਕਮਲਜੀਤ ਸੋਈ ਤਾਂ ਬੋਲ ਕੇ ਜੀ ਜੋ ਮਰਜੀ, ਸਰਕਾਰ ਨਾਲ ਤਾਂ ਕੋਈ ਹੈ ਹੀ ਨਹੀਂ ਲੈਣਾ ਦੇਣਾ। ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਹਰਪ੍ਰੀਤ ਜੀ। ਜਿਹੜੇ ਵੀ BJP ਦੇ ਬੁਲਾਰੇ ਆਉਂਦੇ ਨੇ, ਕਿਸੇ ਨਾ ਕਿਸੇ ਅਧਿਕਾਰ ਖੇਤਰ ਨਾਲ ਹੀ ਆਉਂਦੇ ਨੇ। ਜਿੱਥੋਂ ਦੀ ਗੱਲ ਹੈਗੀ ਹੈ 3 ਸਾਲ ਦੀ, ਆ ਡੈਫੀਨੇਟਲੀ ਯੂ ਆਰ ਰਾਈਟ। ਆ ਜਿਹੜੀ ਮੀਟਿੰਗ 'ਚ ਨਿਕਲਣਾ ਹੈਗਾ, ਆ ਸਾਡੇ ਖੇਤੀਬਾੜੀ ਮੰਤਰੀ ਦਾ ਹੀ ਅਧਿਕਾਰ ਖੇਤਰ ਹੈਗਾ ਜਾਂ ਉਹਦੇ ਆਫੀਸਰ ਕੰਸਰਨਡ ਦਾ ਹੈਗਾ। ਲੇਕਿਨ ਜੇ ਤੁਹਾਡੇ ਥਰੂ ਲੋਕਾਂ ਦੀ ਜਿਹੜੀ ਭਾਵਨਾ ਹੈਗੀ ਹੈ, ਜੇ ਤੁਹਾਨੂੰ ਕਿਸੇ ਜਥੇਬੰਦੀ ਨੇ ਜਾਂ ਕੋਈ ਐਦਾਂ ਦੇ ਫੀਲਰ ਦਿੱਤੇ ਨੇ, ਤੇ ਉਹ ਭਾਵਨਾ ਜਿਹੜੀ ਆ ਸਰਕਾਰ ਤੱਕ ਪਹੁੰਚਾਈ ਜਾ ਸਕਦੀ ਹੈ। ਅਸੀਂ ਤੇ ਓਪਨਲੀ ਕਿਹਾ ਹੈਗਾ ਕਿ ਅੱਜ ਕੋਈ ਵੀ ਇੰਟਰਮੀਡੀਏਟਰ ਕੋਈ ਬਣ ਕੇ ਕਿਸਾਨਾਂ ਦਾ ਮਸਲਾ ਸੌਰਟ ਆਊਟ ਕਰ ਸਕਦਾ ਹੈ, ਹੀ ਇਜ਼ ਵੈਲਕਮ। ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ? ਮੇਰੀ ਤਕਰੀਬਨ ਬੜੀ ਮੰਤਰੀ ਹੁੰਦੀ ਰਹਿੰਦੀ ਹੈ ਜੀ ਤਕਰੀਬਨ। ਤੇ ਕਦੇ ਉਹਨਾਂ ਨਾਲ ਐਵੇਂ ਦੀ ਕਦੇ ਕੋਈ ਗੱਲ ਹੋਈ ਹੈ ਕਿ ਜੇ ਜੋ ਤੁਸੀਂ ਪ੍ਰਪੋਜ਼ਲ ਭੇਜੀ ਹੈ, ਜੇ ਉਸ ਪ੍ਰਪੋਜ਼ਲ ਨੂੰ ਦੁੱਗਣਾ ਕਰ ਦਿੱਤਾ ਜਾਂਦਾ, ਜੇ 3 ਸਾਲ ਦੀ ਹੋਲਡ ਕਰ ਦਿੱਤਾ ਜਾਂਦਾ, ਤਾਂ ਕੀ ਸਰਕਾਰ ਮੰਨ ਸਕਦੀ ਹੈ? ਦੇਖੋ ਹਰਪ੍ਰੀਤ ਜੀ, ਕਈ ਪ੍ਰਪੋਜ਼ਲਾਂ ਡਿਸਕਸ ਹੁੰਦੀਆਂ ਹੈਗੀਆਂ ਨੇ, ਉਹ ਸਟੂਡੀਓ 'ਚ ਸ਼ਾਇਦ ਨਹੀਂ ਅਸੀਂ ਓਪਨ ਕਰ ਸਕਦੇ। ਕਈ ਤਰ੍ਹਾਂ ਦੀ ਪ੍ਰਪੋਜ਼ਲਾਂ ਡਿਸਕਸ ਹੋਈਆਂ ਨੇ, ਕਈ ਤਰ੍ਹਾਂ ਦੇ ਫਾਰਮੂਲੇ, ਪਰਮੂਟੇਸ਼ਨ, ਕੰਬੀਨੇਸ਼ਨ ਹੁੰਦੇ ਨੇ। ਸਾਡਾ ਮਤਲਬ ਹੈਗਾ ਕਿਸਾਨਾਂ ਦੀ ਬਿਹਤਰੀ, ਸਾਡਾ ਮਤਲਬ ਹੈਗਾ ਕਿਸਾਨਾਂ ਦੀ ਇਨਕਮ ਜਿਹੜੀ ਡਬਲ ਹੋਵੇ, ਕਿਸਾਨਾਂ ਦਾ ਭਲਾ ਹੋਵੇ, ਕਿਸਾਨ ਵੀਰ ਆਪਣੇ ਘਰਾਂ 'ਚ ਆ ਕੇ ਆਪਣੀਆਂ ਫਸਲ ਜਿਹੜੀ ਹੁਣ ਬੀਜੀ ਹੋਈ ਆ, ਹੁਣ ਵਾਢੀਆਂ ਦਾ ਸੀਜ਼ਨ ਆਉਣ ਲੱਗਾ, ਆਪਣੇ ਘਰਾਂ 'ਚ ਆਉਣ। ਗੌਰਮੈਂਟ ਇਜ਼, ਮੈਂ ਤੁਹਾਡੇ ਚੈਨਲ ਤੇ ਬੜੇ ਹਿਊਮਿਲਿਟੀ ਨਾਲ ਕਹਿਣਾ ਚਾਹੁੰਦਾ, ਗੌਰਮੈਂਟ ਇਜ਼ ਓਪਨ ਟੂ ਆਲ ਦੀ ਪ੍ਰਪੋਜ਼ਲਸ, ਬਟ this has to be done on a table, negotiating table। ਅੱਦਾਂ ਨਹੀਂ ਹੁੰਦਾ ਕਿ ਤੁਸੀਂ ਕਹਿ ਦੋਗੇ ਜਾਂ ਮੈਂ ਕਹਿ ਦਾਂਗਾ। ਪਰ ਮੈਨੂੰ ਵਾਰ-ਵਾਰ ਸਮਝ ਨਹੀਂ ਆਉਂਦਾ ਸੋਈ ਸਾਹਿਬ, ਤੁਸੀਂ ਸਿਆਸਤ ਨੂੰ ਕਿਉਂ ਵਿੱਚ ਲੈ ਕੇ ਆ ਰਹੇ ਹੋ, ਪਾਰਟੀਆਂ ਨੂੰ ਕਿਉਂ ਵਿੱਚ ਲੈ ਕੇ ਆ ਰਹੇ ਹੋ? ਕੋਈ ਵੀ ਪਾਰਟੀ ਦਾ ਝੰਡਾ, ਕੋਈ ਪਾਰਟੀ ਦਾ ਨਿਸ਼ਾਨ, ਕੋਈ ਪਾਰਟੀ ਦਾ ਲੀਡਰ ਮੈਨੂੰ ਦੱਸ ਦਿਓ ਜਿਹੜਾ ਉੱਥੇ ਜਾ ਕੇ ਸਟੇਜ ਤੇ ਬੋਲਿਆ ਹੋਵੇ। ਕਿਸੇ ਪਾਰਟੀ ਨੂੰ ਉਹਨਾਂ ਨੇ ਮੂੰਹ ਨਹੀਂ ਲਾਇਆ, ਸਾਰੀਆਂ ਪਾਰਟੀਆਂ ਨੂੰ ਕਿਹਾ ਕਿ ਪਿੱਛੇ ਬਹਿ ਕੇ ਧਰਨਾ ਮਾਰਨਾ, ਪਿੱਛੇ ਬਹਿ ਕੇ ਸਪੋਰਟ ਕਰਨੀ ਹੈ ਤਾਂ ਕਰੋ, ਨਾ ਤੁਹਾਡਾ ਝੰਡਾ, ਨਾ ਤੁਹਾਡਾ ਨਿਸ਼ਾਨ, ਨਾ ਤੁਹਾਡਾ ਲੀਡਰ ਅਸੀਂ ਇੱਥੇ ਚਮਕਣ ਦੇਣਾ। ਤੁਹਾਨੂੰ ਫਿਰ ਵੀ ਸਿਆਸਤ ਨਜ਼ਰ ਆਈ ਜਾਂਦੀ ਹੈ? ਤੁਹਾਨੂੰ ਲੱਗਦਾ ਨਹੀਂ ਕਿ ਸਿਆਸਤ ਹੈਗੀ? ਤੁਹਾਨੂੰ ਨਜ਼ਰ ਆ ਰਹੀ ਹੈ? ਤੁਹਾਨੂੰ ਲੱਗਦਾ ਨਹੀਂ? ਤੁਸੀਂ ਦੱਸੋ, ਤੁਸੀਂ ਆਪਣੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦਾ ਵੇਖ ਲਓ ਪਿਛੋਕੜ ਉਹਨਾਂ ਦਾ। ਉਹ ਖੜੇ ਕਿਉਂ ਆ? ਉਹ ਅੱਜ ਕਿਸਾਨਾਂ ਦੇ ਲਈ ਖੜੇ ਆ। ਅੱਜ ਉਹਨਾਂ ਦੇ ਪਿੱਛੇ ਲੱਖਾਂ ਕਿਸਾਨ ਨੇ। ਜੇ ਕਿਸਾਨਾਂ ਲਈ ਤੁਹਾਨੂੰ ਲੱਗਦਾ ਹੈ ਸੋਈ ਸਾਹਿਬ ਜ਼ਿਆਦਾ ਸਿਆਣੇ ਨੇ ਜਿਨ੍ਹਾਂ ਨੂੰ ਇਹ ਸਿਆਸਤ ਨਜ਼ਰ ਆ ਰਹੀ ਹੈ? ਜਿਹੜਾ ਕਿਸਾਨ ਉੱਥੇ ਬੈਠਾ ਜਾਂ ਕਿਸਾਨਾਂ ਦੇ ਪਰਿਵਾਰ ਵਾਲੇ ਬੈਠੇ ਆ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਸਿਆਸਤ ਹੋ ਰਹੀ ਹੈ ਜਾਂ ਆਪਣੇ ਹੱਕਾਂ ਲਈ ਬੈਠੇ? ਮੈਨੂੰ ਤਾਂ ਲੱਗਦਾ ਹਰਪ੍ਰੀਤ ਉਹਨਾਂ ਨੂੰ ਵੀ ਸਿਆਸਤ ਨਜ਼ਰ ਆ ਰਹੀ ਹੈ। ਤੁਸੀਂ ਵੀ ਤੇ ਕਈ ਵਾਰੀ ਮੈਂ ਦੇਖਿਆ ਤੁਹਾਡੇ ਚੈਨਲ ਤੇ ਵੀ, ਤੁਸੀਂ ਵੀ ਤੇ ਗੱਲ ਕਹਿੰਦੇ ਹੈਗੇ ਹੋ ਕਿ ਕਾਂਗਰਸ ਸਪੋਰਟਡ ਹੈਗਾ, ਆਪ ਸਪੋਰਟਡ ਹੈਗਾ। ਅੱਜ ਤੁਸੀਂ ਗੈਸਟ ਹੋ, ਮੈਂ ਹੋਸਟ ਹਾਂ, ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ, ਤੁਸੀਂ ਉਹਦਾ ਜਵਾਬ। ਨਹੀਂ ਹਰਪ੍ਰੀਤ ਜੀ, ਇਹਦੇ 'ਚ ਸਿਆਸਤ ਬਿਲਕੁਲ ਕਲੀਅਰਲੀ ਨਜ਼ਰ ਆਂਦੀ ਹੈ। ਸਿਆਸਤ ਇਸ ਕਰਕੇ ਨਜ਼ਰ
ਕ੍ਰਾਂਤੀ ਕਰਕੇ ਹੈਗੀ ਤੁਹਾਡੀ ਅੜੀ ਹੈ ਕਿ ਅਸੀਂ ਮੰਨਣਾ ਨਹੀਂ, ਜੇ ਅਸੀਂ ਮੰਨ ਗਏ ਤਾਂ ਐਂ ਲੱਗੇਗਾ ਕਿ ਵਿਰੋਧੀ ਧਿਰਾਂ ਜਿੱਤ ਗਈਆਂ। ਵੀ ਡੋਂਟ ਕੇਅਰ ਅਬਾਊਟ ਇਹ ਮਨ ਦੇ ਵਿੱਚ ਹੈਗਾ ਤੁਹਾਡੇ। ਹਰਪ੍ਰੀਤ ਜੀ, ਅੱਜ ਜਿਹੜੀ ਤੁਸੀਂ ਸਿਆਸੀ ਪਾਰਟੀ ਦੀ ਗੱਲ ਕਰਦੇ ਹੋ, ਦੈਟ ਪਾਰਟੀ ਇਜ਼ ਲਿਮਿਟਡ ਟੂ ਓਨਲੀ 3 ਸਟੇਟਸ। ਵੀ ਆਰ ਨੋਟ ਕੰਸਰਨਡ ਅਬਾਊਟ ਦੈਟ। ਅਸੀਂ ਉਹਨਾਂ ਤੇ ਕੰਸਰਨਡ ਹੀ ਨਹੀਂ ਹੈ। ਕੰਟਰਾਡਿਕਟ ਕਿੰਨਾ ਹੈ ਨਾ, ਤੇ ਤੁਸੀਂ ਕਹਿੰਦੇ ਹੋ ਕਿ ਛੋਟੀ ਜੀ ਪਾਰਟੀ ਹੈ, ਅਸੀਂ ਕੰਸਰਨਡ ਹੀ ਨਹੀਂ ਹੈ। ਐਡਾ ਵੱਡਾ ਸੰਘਰਸ਼ ਵਿਰੋਧੀ ਪਾਰਟੀ ਚਲਾ ਰਹੀ ਹੈ। ਦੇਖੋ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ, ਜਿਹੜੇ ਪੰਜਾਬ ਦਾ ਕਿਸਾਨ ਜਦੋਂ ਹਰਿਤ ਕ੍ਰਾਂਤੀ ਆਈ ਸੀ 1967 ਦੇ ਵਿੱਚ, ਪੰਜਾਬ ਦੇ ਕਿਸਾਨਾਂ ਨੇ ਜੋ ਉਦਮ ਕੀਤਾ ਸੀਗਾ, ਦੇਸ਼ ਦਾ ਢਿੱਡ ਭਰਦੇ ਰਹੇ ਨੇ। ਸਾਨੂੰ ਬੀਜੇਪੀ ਨੂੰ ਜਾਂ ਸਾਡੀ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਫਿਕਰ ਹੈ। ਸਾਨੂੰ ਇਹਨਾਂ ਦਾ ਨਹੀਂ ਫਿਕਰ ਕਿ ਜੋ ਮਰਜ਼ੀ ਕਰਦੇ ਰਹਿਣ। ਜੇ 11 ਮੀਟਿੰਗਾਂ ਹੋਈਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੀਟਿੰਗ 'ਚ ਨਹੀਂ ਬੁਲਾਇਆ ਅਸੀਂ ਕਿ ਤੂੰ ਵੀ ਆ ਕੇ ਬੈਠ ਇਹਦੇ ਵਿੱਚ। ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਇਹ ਗੱਲ, ਤੁਹਾਨੂੰ ਲੱਗਦਾ? ਕਿਹੜੀ? ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਤੁਸੀਂ ਕਿਸਾਨ ਹਤੈਸ਼ੀ ਹੋ, ਤੁਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਹੋ, ਇਹ ਲੋਕ ਕਿਉਂ ਤੁਹਾਡੇ ਖਿਲਾਫ ਨੇ? ਹੌਲੀ ਹੌਲੀ ਆ ਜਾਏਗੀ ਸਮਝ, ਹੌਲੀ ਹੌਲੀ ਆਣੀ ਸ਼ੁਰੂ ਹੋਗੀ। ਐਮਸੀ ਇਲੈਕਸ਼ਨ 'ਚ ਹਾਲ ਦੇਖਿਆ ਤੁਸੀਂ ਆਪਣਾ? ਦੇਖੋ, ਸਫਾਇਆ ਹੋਗਾ ਤੁਹਾਡਾ। ਜਦੋਂ ਵੀ ਕੋਈ ਤੁਸੀਂ ਕਹਿੰਦੇ ਹੋ ਕਿ ਅਰਬਨ ਪਾਰਟੀਆਂ ਸੀ, ਸ਼ਹਿਰਾਂ ਦੀ ਪਾਰਟੀਆਂ, ਤੁਹਾਡੀਆਂ ਮਤਲਬ ਕਈ ਥਾਵਾਂ ਤੇ ਤਾਂ 4-4 ਵੋਟਾਂ ਪਈਆਂ, ਕਈ ਥਾਵਾਂ ਤੇ ਤੁਹਾਡੇ ਉਮੀਦਵਾਰ ਨਹੀਂ ਖੜੇ ਹੋਏ, ਕਈ ਥਾਵਾਂ ਤੇ ਤਾਂ ਤੁਹਾਡੇ ਉਮੀਦਵਾਰ ਕਹਿੰਦੇ ਕਮਲ ਦਾ ਫੁੱਲ ਹੀ ਨਹੀਂ ਲੈਣਾ ਅਸੀਂ। ਜਦੋਂ ਲੜਾਈ ਹੁੰਦੀ ਹੈ, ਇੱਕ ਧਿਰ ਨੇ ਜਿੱਤਣਾ ਹੁੰਦਾ ਤੇ ਦੂਜੀ ਧਿਰ ਨੇ ਹਾਰਨਾ ਹੁੰਦਾ, ਤੇ ਉਹ ਤੇ ਲੜਾਈ ਨੂੰ ਤੇ ਐਕਸੈਪਟ ਕਰਨਾ ਚਾਹੀਦਾ। ਤਾਂ ਹੋਵੇ ਨਾ ਕਿ ਮੁਕਾਬਲਾ ਵੀ ਹੋਵੇ, ਇਹ ਤਾਂ ਮੁਕਾਬਲਾ ਹੀ ਨਹੀਂ ਹੋਇਆ। ਦੇਖੋ, ਅਸੀਂ ਫਾਈਟ ਕੀਤੀ ਤਾਂ ਹੈ ਹੀ ਨਹੀਂ, ਅਸੀਂ ਅੱਜ ਤੱਕ 23 ਸੀਟਾਂ ਦੇ ਉੱਪਰ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੇ ਰਹੇ, 23 ਅਸੈਂਬਲੀ ਕਨਸਟੀਚੁਐਂਸੀਜ਼ ਦੇ ਵਿੱਚ ਤੇ 3 ਪਾਰਲੀਮੈਂਟ ਕਨਸਟੀਚੁਐਂਸੀ ਦੇ ਵਿੱਚ। ਅਸੀਂ ਅਭੀ ਭਾਈਵਾਲ ਪਾਰਟੀ ਨੂੰ ਛੱਡਿਆ ਕਿ ਉਹ ਲੜਦੇ ਸੀਗੇ, ਪੁਰਾਣਾ ਬੜਾ ਗਠਬੰਧਨ ਸੀਗਾ। ਜੇ ਅੱਜ ਅਸੀਂ ਕੋਈ 76% ਸੀਟਾਂ ਦੇ ਉੱਪਰ ਕੈਂਡੀਡੇਟ ਖੜਨ ਲਈ ਤਿਆਰ ਹੋ ਗਏ ਆ ਨਾ, ਤੇ ਆ ਤੁਸੀਂ ਦੇਖੋ, ਜਿੱਤਾਂਗੇ ਜ਼ਰੂਰ, ਇਹ ਤੁਹਾਡੀ ਪ੍ਰਾਪਤੀ ਮੰਨਦੇ, ਜਿੱਤਾਂਗੇ ਜ਼ਰੂਰ। ਅੱਜ ਅਸੀਂ ਖੜੇ ਹੋ ਗਏ, ਪੰਜਾਬ 'ਚ ਸਾਡਾ ਕਮਲ ਦਾ ਫੁੱਲ ਨਜ਼ਰ ਆ ਰਿਹਾ ਹੈ। ਡਿਬੇਟ ਤੇ ਜਾਣ ਤੋਂ ਬਾਅਦ ਨਾ ਇੱਕ ਵਾਰ ਡੇਟਾ ਚੈੱਕ ਕਰ ਲਿਓ, 23 ਸੀਟਾਂ ਤੇ ਵੀ ਤੁਹਾਡਾ ਕੀ ਹਾਲ ਹੋਇਆ। ਕੋਈ ਗੱਲ ਨਹੀਂ, ਡਬਲ ਡਿਜਿਟ ਵੀ ਨਹੀਂ ਆਇਆ। ਸਾਡੇ 23 ਸੀਟਾਂ ਦੀ ਗੱਲ ਕਰਦੇ ਨਾ, ਉੱਥੇ ਵੀ ਹਾਲ ਦੇਖ ਲਿਓ ਕੀ ਹੋਇਆ। 84 ਦੇ ਵਿੱਚ ਸਾਡੇ ਕੋਲ 2 ਸੀਟਾਂ ਸੀਗੀਆਂ ਹਿੰਦੁਸਤਾਨ 'ਚ, ਅੱਜ 303 ਨੇ। ਅਗਲੀ ਵਾਰ ਦੇਖੋ 400 ਤੋਂ ਉੱਪਰ ਆਂਕੜਾ ਟੱਪੇਗਾ। ਹਰਪ੍ਰੀਤ ਜੀ, ਕੰਮ ਜਿਹੜਾ ਨਾ ਉਹ ਕੰਮ ਬੋਲਦਾ। ਅੱਜ ਜੇ ਕੋਈ ਰਾਜਨੀਤੀ ਦੇ ਵਿੱਚ ਆ ਕੇ ਕਿਸੇ ਪਾਰਟੀ ਨੇ, ਚਲੋ ਥੋੜਾ ਜਿਹਾ ਹਟ ਕੇ ਪੁੱਛ ਲੈਣਾ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਤੁਹਾਡੀ ਪਾਰਟੀ ਨੂੰ, ਚਲੋ ਬਾਕੀ ਛੱਡ ਦਿਓ, ਤੁਸੀਂ ਕਹਿੰਦੇ ਹੋ ਕਿ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ, ਪੰਜਾਬ ਬੀਜੇਪੀ ਤਾਂ ਧਰਾਤਲ ਤੇ ਲਿਆ ਕੇ ਖੜੀ ਕਰ ਦਿੱਤੀ ਨਾ ਇਹਨਾਂ ਕਾਨੂੰਨਾਂ ਨੇ। ਇਹ ਤਾਂ ਤੁਹਾਨੂੰ ਮੰਨਣਾ ਪਊਗਾ, ਕਿੱਡਾ ਵੱਡਾ ਡੈਂਟ ਵੱਜਿਆ ਤੁਹਾਨੂੰ ਲੋਕ ਘਰਾਂ ਚੋਂ ਬਾਹਰ ਨਹੀਂ ਆਣ ਦੇ ਰਹੇ। ਤੁਸੀਂ ਤੁਹਾਡੇ ਪ੍ਰਧਾਨ ਸਾਹਿਬ ਜੇਕਰ ਰੈਲੀਆਂ ਦੇ ਵਿੱਚ ਜਾਂਦੇ ਨੇ, ਉਹਨਾਂ ਦਾ ਘਰਾਓ ਕੀਤਾ ਜਾਂਦਾ। ਇਹ ਜਿਹੀਆਂ ਚੀਜ਼ਾਂ ਤੁਹਾਡੀ ਪਾਰਟੀ ਨੂੰ ਤਾਂ ਧਰਾਤਲ ਤੇ ਖੜਾ ਕਰ ਦਿੱਤਾ। ਤੁਹਾਡੇ ਕਿੰਨੇ ਲੀਡਰ ਨੇ ਜੋ ਅਸਤੀਫਾ ਦੇ ਕੇ ਅੱਜ ਘਰਾਂ 'ਚ ਬੈਠੇ ਹੋਏ ਨੇ? ਦੇਖੋ, ਠੀਕ ਹੈ, ਜਦੋਂ ਇਦਾਂ ਦੀ ਕਈ ਵਾਰੀ ਦੇਖੋ ਕੀ ਹੁੰਦਾ, ਜਿਹੜੇ ਕਾਵੜ ਹੁੰਦੇ ਨੇ, ਜਦੋਂ ਲੜਾਈ ਹੁੰਦੀ ਹੈ ਤੇ ਉਹ ਵੜ ਜਾਂਦੇ ਨੇ ਪਿੱਛੇ ਜਾ ਕੇ। ਲੇਕਿਨ ਮੈਂ ਤੇ ਤੁਹਾਡੇ ਸਾਹਮਣੇ ਜਿਹੜਾ ਬੰਦਾ ਬੈਠਾ, ਮੈਂ ਤਾਂ ਸਿੰਘੂ ਬਾਰਡਰ ਤੇ ਵੀ ਜਾ ਕੇ ਆਇਆ। ਤੁਸੀਂ, ਮੈਂ ਤੁਹਾਨੂੰ ਆਪ ਸਿੰਘੂ ਬਾਰਡਰ ਤੇ ਜਾ ਕੇ, ਉਹਨਾਂ ਨੂੰ ਕਾਵੜ ਕਹਿੰਦੇ ਹੋ, ਉਹ ਕਹਿੰਦੇ ਕਿ ਮਨ ਦੀ ਆਵਾਜ਼ ਸੁਣੀ ਅਸੀਂ। ਏਦਾਂ ਥੋੜੀ ਹੁੰਦਾ ਮਨ ਦੀ ਆਵਾਜ਼। ਅੱਜ ਤੁਸੀਂ ਪਹਿਲਾਂ ਕਿਸਾਨਾਂ ਦੇ ਹੱਕ 'ਚ ਖੜੇ ਹੋਏ ਆ, ਅਸੀਂ ਪਾਰਟੀ ਦੇ ਹੱਕ 'ਚ ਨਹੀਂ ਖੜੇ ਹੋਏ। ਜਦੋਂ ਪਾਰਟੀਆਂ ਵਜ਼ਾਰਤ 'ਚ ਹੁੰਦੀਆਂ, ਜਦੋਂ ਪਾਰਟੀਆਂ ਰੂਲ ਕਰਦੀਆਂ ਹੁੰਦੀਆਂ, ਉਦੋਂ ਪਾਰਟੀ ਨਾਲ ਖੜ ਜਾਓ। ਜੇ ਪਾਰਟੀ ਨੂੰ ਕਦੀ ਭੀੜ ਪੈ ਗਈ, ਕਦੀ ਪਾਰਟੀ ਕਿਸੇ, ਅੱਜ ਜਿੱਦਾਂ ਰਾਜਨੀਤੀ ਕਰਕੇ ਪਾਰਟੀ ਨੂੰ ਤੁਸੀਂ ਇੱਕ ਬੀਜੇਪੀ ਨੂੰ ਸੁਣ ਲਓ, ਬੀਜੇਪੀ ਜੜ੍ਹਾਂ 'ਚ ਵੜੀ ਹੋਈ ਹੈ। ਜਿਹੜੀ ਆਰਐਸਐਸ ਹੈ, ਅਸੀਂ ਸਾਡੇ ਜਿਹੜੇ ਵਰਕਰ ਨੇ ਬੀਜੇਪੀ ਦੇ, ਘਰ ਘਰ ਜਾ ਕੇ ਸੇਵਾ ਕਰਦੇ ਰਹੇ ਨੇ। ਕੱਢ ਕੇ ਦੇਖ ਲਓ ਕੋਵਿਡ 'ਚ ਕਿੰਨੀ ਸੇਵਾ ਬੀਜੇਪੀ ਨੇ ਕੀਤੀ ਹੈ। ਤੁਸੀਂ ਬੀਜੇਪੀ ਨੂੰ ਆ ਨਾ ਸਮਝੋ, ਸਾਡੇ ਖਿਲਾਫ ਗੁੱਸਾ ਹੋ ਸਕਦਾ ਹੈ। ਸਾਨੂੰ ਇਲੈਕਸ਼ਨ ਲੜਨ ਨਹੀਂ ਦਿੱਤਾ ਗਿਆ। ਕਸੌਟੀ ਕੀ ਹੁੰਦੀ ਹੈ? ਕਸੌਟੀ ਇਹ ਹੁੰਦੀ ਹੈ ਕਿ ਇਲੈਕਸ਼ਨ ਹੁੰਦੀ ਹੈ ਨਾ, ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਨੇ। ਹੁਣ ਇਲੈਕਸ਼ਨ ਹੋ ਕੇ ਹਟੇ ਨੇ, ਤੁਸੀਂ ਹਾਲ ਦੇਖ ਲਓ ਕੀ ਹੋਇਆ। ਸਾਨੂੰ ਇਲੈਕਸ਼ਨ ਲੜਨ ਨਹੀਂ ਦਿੱਤਾ ਗਿਆ। ਕਿਉਂ? ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਲੜਨ ਦਿੱਤਾ? ਅਕਾਲੀ ਦਲ ਕਿਵੇਂ ਲੜ ਗਿਆ? ਆਮ ਆਦਮੀ ਪਾਰਟੀ ਕਿਵੇਂ ਲੜ ਗਈ? ਬਸਪਾ ਕਿਵੇਂ ਲੜ ਗਈ? ਤੁਹਾਡੇ ਸਾਰਿਆਂ ਤੋਂ ਵੱਧ ਲੈ ਗਈ ਉਹ। ਮੈਂ ਨਹੀਂ ਬੋਲਣਾ ਚਾਹੁੰਦਾ ਅਕਾਲੀ ਦਲ ਦਾ ਜਾਂ ਆਪ ਆਮ ਆਦਮੀ, ਆਪਣੀ ਗੱਲ ਕਰਦਾ ਕਿ ਸਾਨੂੰ ਤੇ ਬੀਜੇਪੀ ਸਾਰਿਆਂ ਲਈ ਸਿਚੁਏਸ਼ਨ ਸੇਮ ਸੀ ਜਨਾਬ। ਧੱਕਾ ਹੋਇਆ ਤਾਂ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਸਾਡੇ ਨਾਲ ਧੱਕਾ ਹੋਇਆ, ਤੁਹਾਡੇ ਨਾਲ ਕੋਈ ਵੱਖਰਾ ਨਹੀਂ ਹੋਇਆ। ਸਾਰੀਆਂ ਪਾਰਟੀਆਂ ਐਲੀਗੇਸ਼ਨ ਲਾਉਂਦੀਆਂ ਨੇ, ਉਹਦੇ ਬਾਵਜੂਦ ਵੀ ਉਹ ਸੀਟਾਂ ਲੈ ਕੇ ਜਾਂਦੇ ਨੇ। ਸਾਡੇ ਇੱਕ ਛੋਟੇ ਲੀਡਰ ਪਿੱਛੇ ਵੀ ਕਿਸਾਨ ਵਾਲੇ ਭੱਜਦੇ ਨੇ ਨਾ, ਤੇ ਸਭ ਤੋਂ ਪਹਿਲਾਂ ਪੀਟੀਸੀ ਪਹੁੰਚ ਜਾਂਦਾ ਕਿ ਆਹ ਸਵੇਰੇ ਖਬਰ ਚਲਾਣੀ ਕਿ ਅੱਜ ਇਹਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਏਦਾਂ ਹੀ ਬਾਕੀ ਚੈਨਲ ਵੀ ਪੁੱਛਦੇ ਨੇ, ਏਦਾਂ ਵੀ ਬਾਕੀ ਚੈਨਲ ਪੁੱਛ। ਤੁਸੀਂ ਇੱਕ ਡਰ ਦਾ ਮਾਹੌਲ ਪੈਦਾ ਕਰਤਾ। ਕੋਈ ਗੱਲ ਨਹੀਂ, ਅਸੀਂ ਡਰਨ ਵਾਲੇ ਨਹੀਂ ਆ। ਸਾਡੀ ਉਹੀ ਪਾਰਟੀ ਹੈ ਜਿਹੜੀ ਬਾਰਡਰਾਂ ਤੇ ਜਾ ਕੇ ਸ਼ਾਮਾ ਪ੍ਰਸਾਦ ਮੁਖਰਜੀ ਨੇ ਆਪਣਾ ਸ਼ਹਾਦਤ ਦਿੱਤੀ ਸੀਗੀ। ਅਸੀਂ ਉਸ ਪਾਰਟੀ ਦੇ ਨੁਮਾਇੰਦੇ ਹੈਗੇ ਆ, ਇਸ ਕਰਕੇ ਡਰਦੇ ਅਸੀਂ ਹੈ ਨਹੀਂ। ਪੰਜਾਬ ਦੇ ਵਿੱਚ 2022 ਵੇਖ ਲਿਓ, ਆ ਸਾਰੇ ਤੁਹਾਡੇ ਜਿਹੜੇ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਨੂੰ ਚੇਤਾਵਨੀ ਹੈ ਤੁਹਾਡੇ ਚੈਨਲ ਥਰੂ। ਇੱਦਾਂ ਮੈਨੂੰ ਸ਼ੇਖ ਚਿੱਲੀ ਨਾ ਸਮਝਿਓ, ਅਸੀਂ ਜੰਗ ਜਾਰੀ ਹੈ, ਜਿੱਤਾਂਗੇ ਜ਼ਰੂਰ। ਮਜ਼ਾਕ ਜਿਹੀ ਲੱਗ ਰਿਹਾ ਵੈਸੇ ਤਾਂ। ਚਲੋ ਇਹ ਆਪਾਂ ਨੂੰ ਨਤੀਜੇ ਦੱਸ ਦੇਣਗੇ। ਮਜ਼ਾਕ ਵੀ ਜ਼ਰੂਰੀ ਹੁੰਦਾ। ਠੀਕ ਹੈ। ਹੁਣ ਮੁੱਕਦੀ ਗੱਲ ਬੜੇ ਸੀਰੀਅਸ ਨੋਟ ਤੇ, ਸੋਈ ਸਾਹਿਬ, ਹੁਣ ਇਸ ਮਸਲੇ ਦਾ ਹੱਲ ਕਿਵੇਂ ਹੋਏਗਾ? ਇਹ ਜਿਹੜਾ ਡੈਡਲੌਕ ਹੈ, ਦੇਖੋ
ਤੁਹਾਡੀ ਪਾਰਟੀ ਅੱਜ ਸੱਤਾਧਾਰੀ ਧਿਰ ਹੈਗੀ ਹੈ, ਜਿਹੜੀ ਵੀ ਸਰਕਾਰ ਚਲਾਉਂਦੀ ਪਾਰਟੀ ਹੁੰਦੀ ਹੈ ਉਹ ਮਾਂ ਪਾਰਟੀ ਹੁੰਦੀ ਹੈ। ਇੱਕ ਮਾਂ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਹੁੰਦੀ ਹੈ। ਇਹ ਜਿਹੜਾ ਡੈਡਲੌਕ ਹੈ ਇਹ ਤੁਸੀਂ ਕਿਉਂ ਨਹੀਂ ਤੋੜਦੇ? ਤੁਸੀਂ ਕਿਉਂ ਨਹੀਂ ਖਤਮ ਕਰਦੇ? ਤੁਸੀਂ ਕਿਉਂ ਨਹੀਂ ਪ੍ਰਪੋਜ਼ਲ ਭੇਜਦੇ? ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਮੈਂ ਇੱਕ ਫੋਨ ਤੇ ਦੂਰ ਹਾਂ। ਫੋਨ ਕਿੰਨਾ ਕੁ ਔਖਾ ਹੈ ਕਰਨਾ ਕਿ ਆਓ ਜੀ ਜੁੜ ਕੇ ਬੈਠਦੇ ਹਾਂ, ਫਿਰ ਦੁਬਾਰਾ ਚਰਚਾ ਕਰਦੇ ਹਾਂ, ਕੋਈ ਸੋਲੂਸ਼ਨ ਕੱਢਦੇ ਹਾਂ। ਮੈਨੂੰ ਲੱਗ ਰਿਹਾ ਕਿ ਜਿਹੜੀ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਹੈ, ਬੈਕਡੋਰ ਡਿਪਲੋਮੇਸੀ ਆਪਣੇ ਕੰਮ ਦੇ ਉੱਪਰ ਹੈਗੀ ਹੈ, ਕਿਉਂਕਿ ਅਸੀਂ ਉਨੇ ਹੀ ਕੰਸਰਨਡ ਹੈਗੇ ਹਾਂ ਕਿਸਾਨ ਭਰਾਵਾਂ ਵਾਸਤੇ ਜਿਹੜੇ ਉੱਥੇ ਬਾਰਡਰਾਂ ਤੇ ਬੈਠੇ ਨੇ, ਜਿੰਨੇ ਕਿ ਸੰਜੀਦਾ ਅਸੀਂ ਆਪਣੇ ਜਵਾਨ ਵਾਸਤੇ ਆ ਜਿਹੜਾ ਬਾਰਡਰਾਂ ਤੇ ਬੈਠਾ ਹੈ, ਕਿਉਂਕਿ ਸਾਨੂੰ ਬਹੁਤ ਫਿਕਰ ਆ ਕਿਸਾਨ ਵੀਰਾਂ ਦੀ। ਸਾਨੂੰ ਆ ਵੀ ਫਿਕਰ ਹੈਗੀ ਕਿ ਇਹਨਾਂ ਨੇ ਦੇਸ਼ ਦਾ ਅੰਨਦਾਤਾ ਹੈਗਾ, ਅੰਨ ਦਾ ਭੰਡਾਰ ਭਰਨਾ ਹੈਗਾ। ਆਹ ਪ੍ਰੋਬਲਮ ਜਿਹੜੀ ਹੈ ਵਿਦਨ, ਮੈਂ ਤੁਹਾਨੂੰ ਇਹ ਪ੍ਰੈਡਿਕਸ਼ਨ ਦੇ ਦਿੰਦਾ ਕਿ 21 ਦਿਨਾਂ ਤੋਂ ਲੈ ਕੇ 30 ਦਿਨਾਂ ਦੇ ਵਿੱਚ ਆਹ ਪ੍ਰੋਬਲਮ ਜਿਹੜੀ ਹੈ, ਮੈਨੂੰ ਲੱਗਦਾ ਜੋ ਅੱਗੇ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਆ ਕਿ ਬਾਬਾ ਨਾਨਕਾ ਜਲਦੀ ਤੋਂ ਜਲਦੀ ਪ੍ਰੋਬਲਮ ਦੂਰ ਕਰ। ਪਰ ਆਹ ਪ੍ਰੋਬਲਮ ਜਿਹੜੀ ਆ ਕਿਨਾਰੇ ਤੇ ਲੱਗਣ ਵਾਲੀ ਹੈ। ਤੁਸੀਂ ਵੀ ਇੱਥੇ ਬੈਠੇ, ਮੈਂ ਵੀ ਇੱਥੇ ਬੈਠਾ, ਅਗਲੀ ਵਾਰੀ ਫਿਰ ਆ ਕੇ ਡਿਸਕਸ਼ਨ ਕਰ ਲਾਂਗੇ, ਲੇਕਿਨ ਆਹ ਮਾਰਚ ਟੱਪਣ ਨਹੀਂ ਦੇਣੀ। ਆ ਪ੍ਰੋਬਲਮ ਜਿਹੜੀ ਹੈ ਮੋਦੀ ਸਾਹਿਬ ਦੂਰ ਕਰਕੇ ਤੇ ਕਿਸਾਨ ਆਪਣੇ ਘਰਾਂ 'ਚ ਆਉਣਗੇ। ਤੇ ਮੈਨੂੰ ਲੱਗਦਾ ਹੈ ਕਿਸਾਨ ਜਥੇਬੰਦੀਆਂ ਵੀ ਹੁਣ ਥੋੜ੍ਹੀਆਂ ਜੀਆਂ ਪੋਜ਼ਿਟਿਵ ਹੈਗੀਆਂ ਨੇ ਇਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ। ਚਲੋ ਇੱਕ ਹੋਰ ਮੁੱਦੇ ਤੇ ਮੈਂ ਥੋੜ੍ਹੀ ਜਿਹੀ ਚਰਚਾ, ਆਪਣੇ ਕੋਲ ਜ਼ਿਆਦਾ ਟਾਈਮ ਨਹੀਂ ਹੈ, ਇੱਕ ਗੱਲ ਅੱਛੇ ਦਿਨਾਂ ਦੀ ਅਸੀਂ ਕਰ ਲੈਂਦੇ ਹਾਂ। ਸਾਰਿਆਂ ਨੂੰ ਬੜੀ ਉਡੀਕ ਸੀ ਕਿ ਅੱਛੇ ਦਿਨ ਆਉਣਗੇ, ਤੁਸੀਂ ਬੜਾ ਵੱਡੇ ਵੱਡੇ ਨਾਅਰੇ ਕੀਤੇ ਕਿ ਅਸੀਂ ਤੁਹਾਡੀ ਸਰਕਾਰ ਨੇ ਕਿ ਅੱਛੇ ਦਿਨ ਆਉਣਗੇ ਜੀ, ਅੱਛੇ ਦਿਨ ਆਉਣਗੇ। 100 ਰੁਪਏ ਲੀਟਰ ਤੇਲ ਹੋ ਜੇ, ਪੈਟਰੋਲ ਹੋ ਜੇ, ਤੇ ਲਗਭਗ 80 ਤੋਂ 85 ਰੁਪਏ ਲੀਟਰ ਡੀਜ਼ਲ ਹੋ ਜੇ, ਤੇ ਗੈਸ ਦੇ ਹਾਲਾਤ ਤੁਸੀਂ ਦੇਖੇ ਨੇ ਕੀ ਹੋਏ ਨੇ। ਇਹ ਅੱਛੇ ਦਿਨ, ਇਹਨਾਂ ਨੂੰ ਅੱਛੇ ਦਿਨ ਕਹਾਂਗੇ ਅਸੀਂ? ਪਰਿਭਾਸ਼ਾ ਇਹ ਅੱਛੇ ਦਿਨਾਂ ਦੀ ਹੈਗੀ। ਤੁਸੀਂ ਜਦੋਂ 2010 ਦੇ ਵਿੱਚ ਮਨਮੋਹਨ ਸਿੰਘ ਹੋਣਾ ਨੇ ਪ੍ਰਾਈਸ ਡੀਕੰਟਰੋਲ ਕੀਤਾ ਸੀਗਾ ਪੈਟਰੋਲ ਤੇ ਡੀਜ਼ਲ ਦਾ, ਉਦੋਂ ਤੋਂ ਕੀ ਹੁੰਦਾ ਰਿਹਾ ਸੀਗਾ ਕਿ ਹਰ 3 ਮਹੀਨੇ ਬਾਅਦ ਪਹਿਲਾਂ ਜਿਹੜਾ ਡੀਜ਼ਲ ਦਾ ਤੇ ਪੈਟਰੋਲ ਦਾ ਪ੍ਰਾਈਸ ਐਸ ਪਰ ਦੀ ਵਰਲਡ ਮਾਰਕੀਟ ਚੇਂਜ ਹੁੰਦਾ ਰਹਿੰਦਾ ਸੀਗਾ। ਸ਼ਾਇਦ ਕਿਉਂਕਿ ਤੁਸੀਂ ਇੰਨੇ ਇੰਟੈਲੀਜੈਂਟ ਜਰਨਲਿਸਟ ਹੋ, 28% ਯੂ ਕੈਨ ਗੂਗਲ ਐਂਡ ਸੀ 28% ਵਰਲਡ ਮਾਰਕੀਟ ਦੇ ਵਿੱਚ ਕਰੂਡ ਆਇਲ ਦਾ ਪ੍ਰਾਈਸ ਜਿਹੜਾ ਵਧਿਆ ਅੱਜ ਟੋਟਲ ਇੰਨੇ ਪਿਛਲੇ 10-12 ਦਿਨਾਂ ਦੇ ਵਿੱਚ, 15 ਦਿਨਾਂ ਦੇ ਵਿੱਚ 28%। ਜਦੋਂ 28% ਕਰੂਡ ਆਇਲ, ਮੈਂ ਤੁਹਾਨੂੰ ਦਿਖਾ ਦਿੰਦਾ ਇਫ ਯੂ ਵਾਂਟ। ਨਾ ਰੁਕੋ, ਮੈਂ ਤੁਹਾਨੂੰ ਦਿਖਾਣਾ। ਹਾਂ ਯੈਸ ਆਈ ਸ਼ੋ ਯੂ। ਬੋਲੋ ਪਹਿਲਾਂ ਗੱਲ ਕੰਪਲੀਟ ਕਰੋ ਨਾ। ਹੱਥ ਕੰਗਨ ਕੋ ਤਾਂ ਆਰਸੀ ਕੇ ਪੜੇ ਲਿਖੇ ਗੱਲ ਕੰਪਲੀਟ ਕਰੋ, ਫਿਰ ਮੈਂ ਤੁਹਾਨੂੰ 28% ਜਿਹੜਾ ਪ੍ਰਾਈਸ ਵਧਿਆ ਤੇ ਉਸ ਤਰੀਕੇ ਨਾਲ ਜਦੋਂ ਇੱਕ ਪ੍ਰਾਈਸ ਡੀਕੰਟਰੋਲ ਕੀਤਾ ਹੋਇਆ। ਦੂਜੇ ਪਾਸੇ ਜਿੱਥੋਂ ਤੱਕ ਅਸੀਂ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਨੇ ਹਾਈਐਸਟ ਜਿਹੜਾ ਵੈਟ ਹੈ ਡੀਜ਼ਲ ਪੈਟਰੋਲ ਦੇ ਉੱਪਰ ਲੱਗਦਾ, ਦੈਟ ਇਜ਼ 36%। ਚਲੋ ਹੁਣ ਹੋ ਗਈ ਗੱਲ। 16% ਪੰਜਾਬ ਨੇ ਕਰਤਾ ਡੀਜ਼ਲ ਦੇ ਉੱਪਰ ਵੈਟ। ਠੀਕ ਹੈ, ਮੈਂ ਤੁਹਾਨੂੰ ਡੇਟਾ ਦਿਖਾਣਾ, ਕੁਝ ਡੇਟਾ ਦਿਖਾਣਾ, ਉਸ ਤੋਂ ਬਾਅਦ ਮੈਨੂੰ ਲੱਗਦਾ ਦਰਸ਼ਕਾਂ ਨੂੰ ਵੀ ਦੇਖਣਾ ਚਾਹੀਦਾ। ਇਹ ਪੰਜਾਬ ਦੇ ਵਿੱਚ ਤੇਲ ਉੱਤੇ ਫੀ ਲੀਟਰ ਲੱਗਣ ਵਾਲਾ ਵੈਟ ਹੈ ਜਾਂ ਟੈਕਸ ਹੈ, ਹਰ ਤਰ੍ਹਾਂ ਦਾ ਟੈਕਸ ਹੈ। ਜਦੋਂ ਤੁਸੀਂ 1 ਲੀਟਰ ਤੇਲ ਪਾਉਂਦੇ ਹੋ, ਮੈਂ ਉਦਾਹਰਨ ਦੇ ਵਜੋਂ ਪੈਟਰੋਲ ਚੁੱਕਿਆ, ਪੈਟਰੋਲ ਦੀ ਕੁੱਲ ਕੀਮਤ ਲਗਭਗ 90 ਰੁਪਏ ਚੱਲ ਰਹੀ ਹੈ ਪ੍ਰਤੀ ਲੀਟਰ। ਬੇਸ ਪ੍ਰਾਈਸ ਕੀ ਹੈ? 36 ਰੁਪਏ 84 ਪੈਸੇ ਬੇਸ ਪ੍ਰਾਈਸ ਹੈ ਇਹਦਾ। ਕੁੱਲ ਟੈਕਸ 52 ਰੁਪਏ 80 ਪੈਸੇ ਜਾਂਦੇ ਨੇ। ਵੈਟ ਦੇ ਰੂਪ ਦੇ ਵਿੱਚ ਸੂਬਾ ਕੀ ਲੈਂਦਾ? 21 ਰੁਪਏ 80 ਪੈਸੇ, ਲਗਭਗ 22 ਰੁਪਏ ਜਿਹੜਾ ਉਹ ਸਟੇਟ ਗੌਰਮੈਂਟ ਚੁੱਕ ਲੈਂਦੀ ਹੈ। ਐਕਸਾਈਜ਼ ਡਿਊਟੀ ਦੇ ਨਾਮ ਤੋਂ ਕੇਂਦਰ ਸਰਕਾਰ ਕੀ ਲੈਂਦੀ ਹੈ? 31 ਰੁਪਏ ਲਗਭਗ ਕੇਂਦਰ ਸਰਕਾਰ ਐਕਸਾਈਜ਼ ਦੇ ਨਾਮ ਤੋਂ ਚੁੱਕ ਲੈਂਦੀ ਹੈ। ਤੇ ਡੀਲਰ ਦੀ ਕਮਿਸ਼ਨ ਹੈਗੀ ਹੈ 3 ਰੁਪਏ 45 ਪੈਸੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਵੈਟ ਸਭ ਤੋਂ ਜ਼ਿਆਦਾ 22 ਰੁਪਏ, ਤੇ ਤੁਸੀਂ ਜਨਾਬ ਘੱਟ ਨਹੀਂ ਹੋ, 31 ਰੁਪਏ ਦਾ ਸ਼ਗਨ ਤੁਸੀਂ ਵੀ ਪੰਜਾਬ ਦੇ ਹਰ ਬਸ਼ਿੰਦੇ ਤੋਂ ਲੈ ਜਾਂਦੇ ਹੋ ਜਦੋਂ 1 ਲੀਟਰ ਤੇਲ ਪਾਉਂਦਾ। ਤੁਹਾਨੂੰ ਹੋਰ ਵੀ ਡੇਟਾ ਦਿਖਾਣਾ, ਪਹਿਲਾਂ ਮੈਂ ਇਸ ਤੇ ਆ ਜਾਣਾ। 31 ਰੁਪਏ ਐਕਸਾਈਜ਼ ਡਿਊਟੀ 1 ਲੀਟਰ ਤੋਂ, ਕਿੱਥੇ ਜਸਟੀਫਾਈਡ ਕਰਦੇ ਹੋ ਤੁਸੀਂ? ਅੱਛਾ, ਇਨਫਰਾਸਟ੍ਰਕਚਰ ਬੰਦ ਕਰ ਦਈਏ। ਇਨਫਰਾਸਟ੍ਰਕਚਰ ਜਿਹੜਾ ਸੜਕਾਂ ਬਣਾਉਣੀਆਂ, ਤੁਹਾਡੇ ਦਾਅਵੇ ਫੋਕੇ ਰਹੇ, ਫਿਰ ਉਹ ਅੱਛੇ ਦਿਨਾਂ ਵਾਲੇ ਫੋਕੇ ਦਾਅਵੇ ਵਰਲਡ ਪ੍ਰਾਈਸ ਵਧ ਰਿਹਾ ਹੈ। ਜੇਬ ਚੋਂ ਕੱਢ ਕੇ, ਖੱਬੀ ਜੇਬ ਚੋਂ ਕੱਢ ਕੇ ਸੱਜੀ ਜੇਬ 'ਚ ਪੈਸੇ ਪਾਣੇ ਆ, ਇਹ ਫਿਰ ਅੱਛੇ ਦਿਨ ਕਾਦੇ? ਫਿਰ ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਸਰਕਾਰ ਕੀ ਕਰ ਰਹੀ ਹੈ? ਲੋਕਾਂ ਦੀ ਜੇਬ 'ਚੋਂ ਕੱਢ ਕੇ ਲੋਕਾਂ ਦੀ ਜੇਬ 'ਚ ਪਾਈ ਜਾਂਦੇ ਹੋ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਸ਼੍ਰੇ ਤਾਂ ਨਾ ਘੱਟੋ ਘੱਟ ਲੋ। ਹਰਪ੍ਰੀਤ ਜੀ, ਤੁਸੀਂ ਆ ਪੈਟਰੋਲ ਡੀਜ਼ਲ ਦੀ ਗੱਲ ਕਰ ਲਈ, ਮੈਂ ਐਸੋਸੀਏਟਡ ਗੱਲ ਕਰਦਾ। ਜਿਹੜੀਆਂ ਦਾਲਾਂ 200-250 ਰੁਪਏ ਕਿਲੋ ਵਿਕਦੀਆਂ ਸੀ, ਪੈਟਰੋਲ ਦੀ ਗੱਲ ਨਾ ਕਰੋ। ਐਸੋਸੀਏਟਡ ਹੁੰਦੀ ਹੈ, ਐਸੋਸੀਏਟਡ ਹੁੰਦੀ, ਕਮਾਨ ਵਾਲੀ ਗੱਲ ਨਹੀਂ ਹੈ। ਐਸੋਸੀਏਟਡ ਜਿਹੜੀ 250 ਰੁਪਏ ਕਿਲੋ ਦਾਲ ਮਿਲਦੀ ਸੀ, 90 ਰੁਪਏ ਮਿਲਦੀ ਹੈ, ਤੁਸੀਂ ਉਹਦੇ ਬਾਰੇ ਤੇ ਗੱਲ ਨਹੀਂ ਕਰਦੇ। 70 ਰੁਪਏ ਪੈਟਰੋਲ ਸੀਗਾ ਤੇ ਤੁਸੀਂ ਕੱਪੜੇ ਲਾ ਕੇ ਪ੍ਰਦਰਸ਼ਨ ਕਰਦੇ ਸੀ। ਅੱਜ 100 ਰੁਪਏ ਪੈਟਰੋਲ ਹੈ ਤਾਂ ਤੁਸੀਂ ਜਸਟੀਫਿਕੇਸ਼ਨ ਦਿੰਦੇ ਹੋ ਕਿ ਦਾਲਾਂ ਦੇ ਰੇਟ ਘਟ ਕੇ ਇਸ ਕਰਕੇ ਪੈਟਰੋਲ ਦਾ ਰੇਟ ਵੱਧ ਗਿਆ। ਨਹੀਂ, ਫਿਰ ਦਾਲਾਂ ਦੇ ਰੇਟ ਘਟੇ ਨਾ, ਆਦ ਵਰਲਡ ਮਾਰਕੀਟ ਨਾਲ ਐਸੋਸੀਏਟਡ ਹੈ। ਦਾਲਾਂ ਦਾ ਵਰਲਡ ਮਾਰਕੀਟ ਨਾਲ ਰੇਟ ਐਸੋਸੀਏਟਡ ਹੈ। ਚਲੋ ਇੱਕ ਗੱਲ ਹੋਰ ਇਸੇ ਗੱਲ ਤੇ ਆ ਜਾਓ। ਇੱਕ ਮੈਂ ਹੋਰ ਡੇਟਾ ਇਕੱਠਾ ਕੀਤਾ, ਜਿਹੜਾ ਤੁਸੀਂ 28% ਵਾਲੀ ਗੱਲ ਕੀਤੀ ਹੈ ਨਾ। ਮਈ 2014 ਦੇ ਵਿੱਚ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸੀਗਾ $105 ਦਾ ਇੱਕ ਬੈਰਲ ਸੀਗਾ, ਠੀਕ ਹੈ ਜੀ। ਇਹ 2014 ਦੇ ਵਿੱਚ, ਤੁਹਾਡੀ ਸਰਕਾਰ ਨਹੀਂ ਸੀ। ਮਈ 2015 ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚਾ ਤੇਲ $62 ਹੋ ਗਿਆ ਸੀਗਾ, ਲਗਭਗ ਅੱਧਾ। 2014 ਦੇ ਵਿੱਚ ਭਾਰਤ ਦੇ ਵਿੱਚ ਪੈਟਰੋਲ 71 ਰੁਪਏ ਸੀਗਾ, ਡੀਜ਼ਲ ਸੀਗਾ 56 ਰੁਪਏ।
ਰੇਟ ਅੱਧਾ ਹੋ ਗਿਆ ਡਾਲਰ ਦਾ ਤਾਂ ਵੀ ਰੇਟ ਦੇਖ ਲਓ ਪੈਟਰੋਲ ਦਾ ਕਿੱਥੇ ਹੈ, 74 ਰੁਪਏ ਤੇ ਡੀਜ਼ਲ ਦਾ 59 ਰੁਪਏ। ਆਜੋ ਹੁਣ 2019 ਦੇ ਵਿੱਚ ਤੁਹਾਡੀਆਂ ਸਰਕਾਰਾਂ ਵੇਲੇ ਵੀ ਕੀ ਹੋਇਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚਾ ਤੇਲ ਹੈ 59 ਰੁਪਏ 59 ਡਾਲਰ, ਭਾਰਤ ਦੇ ਵਿੱਚ ਪੈਟਰੋਲ 76 ਰੁਪਏ। ਜਦੋਂ 105 ਰੁਪਏ ਦਾ ਸੀਗਾ ਬੈਰਲ ਤਾਂ 71 ਰੁਪਏ, 59 ਰੁਪਏ ਦਾ ਬੈਰਲ ਹੋ ਗਿਆ ਤਾਂ ਵੀ ਤੁਸੀਂ 76 ਰੁਪਏ ਦੇਈ ਜਾਂਦੇ ਹੋ ਭਾਰਤ ਦੇ ਵਿੱਚ, ਠੀਕ ਹੈ ਜੀ। ਡੀਜ਼ਲ ਦੇਖ ਲਓ 68 ਰੁਪਏ। ਆ ਹੁਣੇ ਲੈ ਲਓ, ਆ 1 ਮਹੀਨਾ ਪਹਿਲਾਂ ਦੀ ਗੱਲ। ਕੱਚੇ ਤੇਲ 53.60 ਡਾਲਰ ਦਾ ਇੱਕ ਬੈਰਲ ਹੈ ਭਾਰਤ ਦੇ ਵਿੱਚ। ਪੈਟਰੋਲ ਤੁਸੀਂ ਇਹ ਜਨਵਰੀ ਦਾ ਮੈਂ ਡੇਟਾ ਕੱਢਿਆ 86 ਰੁਪਏ 30 ਪੈਸੇ ਤੇ ਡੀਜ਼ਲ 76 ਰੁਪਏ। 53 ਰੁਪਏ ਦਾ ਇੱਕ ਬੈਰਲ ਹੈ ਤੇ ਤੁਸੀਂ ਪੈਟਰੋਲ ਦੇਈ ਜਾਂਦੇ ਹੋ 86 ਰੁਪਏ ਦਾ, 76 ਰੁਪਏ ਦਾ। ਉੱਥੇ ਦੇਖ ਲਓ ਡਾਲਰ 105 ਸੀਗਾ 2014 ਦੇ ਵਿੱਚ ਤਾਂ ਵੀ 71 ਰੁਪਏ ਸੀਗਾ। ਮੈਂ ਚੈਲੰਜ ਕਰਦਾ ਤੁਹਾਨੂੰ, ਜੇ ਡੇਟਾ ਗਲਤ ਹੈ ਤੁਸੀਂ ਜੋ ਮਰਜ਼ੀ ਕਰ ਰਹੇ, ਫਿਰ ਹੁਣ ਤੁਸੀਂ ਜਵਾਬ ਦਿਓ। 105 ਡਾਲਰ ਦਾ ਸੀਗਾ ਇੱਕ ਬੈਰਲ ਤਾਂ 71 ਰੁਪਏ ਮਿਲਦਾ ਸੀਗਾ, ਅੱਜ 53 ਰੁਪਏ ਦਾ ਹੈਗਾ ਬੈਰਲ ਤੇ ਤੁਸੀਂ ਜਨਤਾ ਦਾ ਖੂਨ ਪੀ ਜਾਂਦੇ ਹੋ 90 ਰੁਪਏ ਦਾ ਪੈਟਰੋਲ। ਹਾਂ, ਜਦੋਂ ਕੋਈ ਦੇਸ਼ ਦੇ ਉੱਪਰ ਭੀੜ ਪੈਂਦੀ ਹੈ, ਅੱਜ ਕਰੋਨਾ ਆਇਆ, ਕਰੋਨਾ ਆਇਆ, ਜਿਹੜੀ ਉਹਨਾਂ ਨੂੰ ਪੈਸੇ ਜਿਹੜੀ ਅੱਜ ਸਰਕਾਰ ਖਰਚਾ ਕਰ ਰਹੀ ਹੈ, ਇਹ ਜਸਟੀਫਿਕੇਸ਼ਨ ਜਸਟੀਫਿਕੇਸ਼ਨ ਕਿਉਂ ਨਹੀਂ ਹੈ? ਅੱਜ ਜੇ ਇਨਫਰਾਸਟ੍ਰਕਚਰ ਦੇ ਉੱਪਰ ਪੈਸੇ ਲਾ ਰਹੀ, ਤੁਸੀਂ ਉਹ ਮੰਨਣ ਨੂੰ ਤਿਆਰ ਨਹੀਂ। ਮੈਂ ਤੁਹਾਨੂੰ ਕਿਹਾ ਪਲਸਰ ਸਸਤੀਆਂ ਹੋ ਗਈਆਂ, ਜਿਹੜੀ ਹੋਲਸੇਲ ਪ੍ਰਾਈਸ ਇੰਡੈਕਸ ਹੈ ਸਸਤਾ ਹੋ ਗਿਆ। ਤੁਹਾਡੀ ਜਿਹੜੀ ਇੱਕ ਗੱਲ ਤਾਂ ਜਵਾਬ ਦਿਓਗੇ, ਇੱਕ ਛੋਟੀ ਜੀ ਗੱਲ ਦਾ, ਇਹ ਤੁਸੀਂ ਕੱਪੜੇ ਲਾ ਕੇ ਪ੍ਰਦਰਸ਼ਨ ਕਿਉਂ ਕਰਦੇ ਰਹੇ? ਉਦੋਂ ਕਿਉਂ ਕਰਦੇ ਰਹੇ? ਉਦੋਂ ਵੀ ਤਾਂ ਪੈਟਰੋਲ ਡੀਜ਼ਲ ਦੇ ਰੇਟ ਸੀ। ਹਾਂ, ਪੈਟਰੋਲ ਡੀਜ਼ਲ ਦੇ ਰੇਟ ਵੀ ਵੱਧ ਸੀਗੀ, ਮਹਿੰਗਾਈ ਵੀ ਵੱਧ ਸੀਗੀ। ਅੱਜ ਤੁਸੀਂ ਮਹਿੰਗਾਈ ਦਾ ਇੰਡੈਕਸ ਦੇਖੋ 2-2.5% ਹੈ, ਉਦੋਂ 12% ਮਹਿੰਗਾਈ ਹੁੰਦੀ ਸੀਗੀ। ਕਿੱਦਾਂ ਦੀ ਜਸਟੀਫਿਕੇਸ਼ਨ ਹੈ ਮਹਾਰਾਜ? ਹਰ ਆਮ ਖਾਸ ਸੜਕਾਂ ਤੇ ਵਿਚਾਰਾ ਰੋ ਰਿਹਾ। ਕਿਹੜਾ ਬੰਦਾ ਐਸਾ ਜਿਹਦਾ ਪੈਟਰੋਲ ਡੀਜ਼ਲ ਤੋਂ ਬਿਨਾਂ ਸਰ ਰਿਹਾ, ਜਿਹਦਾ ਰਸੋਈ ਗੈਸ ਤੋਂ ਬਿਨਾਂ ਸਰ ਰਿਹਾ? ਤੁਸੀਂ ਇੱਕ ਹਿਸਾਬ ਮੈਨੂੰ ਦੱਸੋ, ਭਾਵੇਂ ਸਬਜ਼ੀਆਂ ਹੋਣ, ਫਰੂਟ ਹੋਣ, ਦਾਲਾਂ ਹੋਣ, ਇਹਨਾਂ ਸਾਰੀਆਂ ਚੀਜ਼ਾਂ ਤੇ ਜਦੋਂ ਪੈਟਰੋਲ ਡੀਜ਼ਲ ਦਾ ਰੇਟ ਵਧਾਉਂਦੇ ਹੋ ਅਸਰ ਪੈਂਦਾ ਕਿ ਨਹੀਂ ਪੈਂਦਾ? ਬਿਲਕੁਲ ਪੈਂਦਾ। ਫਿਰ ਲੇਕਿਨ ਤੁਸੀਂ ਕਿੱਦਾਂ ਕਹਿ ਸਕਦੇ ਹੋ ਜਦੋਂ ਕਿ ਮਹਿੰਗਾਈ ਘਟਾ ਰਹੇ ਅਸੀਂ ਉਹ ਮਹਿੰਗਾਈ ਜਿਹੜੀ ਫੂਡ ਆਈਟਮ ਸੀਗੀਆਂ ਇੰਨੀ ਕੁ ਥੱਲੇ ਲੈ ਕੇ ਆ ਗਏ ਹਾਂ ਕਿ ਜੇ ਬਾਈ ਚਾਂਸ 2-4 ਰੁਪਏ ਇੰਟਰਨੈਸ਼ਨਲ ਮਾਰਕੀਟ ਨਾਲ ਉੱਪਰ ਨੀਚੇ ਜਾਂਦਾ, ਸ਼ਾਇਦ ਤੁਹਾਨੂੰ ਆ ਵੀ ਪਤਾ ਹੋਣਾ ਹੈ ਕਿ 4 ਰੁਪਏ ਸੈਸ ਲੱਗਿਆ ਹੈ ਡੀਜ਼ਲ ਤੇ, 4 ਰੁਪਏ ਸੈਸ ਲੱਗਿਆ ਪੈਟਰੋਲ ਤੇ ਇਸ ਬਜਟ ਦੇ ਵਿੱਚ। ਉਹ ਸੈਸ ਕਿੱਥੇ ਜਾਣਾ ਹੈਗਾ? 1 ਲੱਖ ਕਰੋੜ ਦਾ ਗਵਰਨਮੈਂਟ ਨੇ ਕਿਸਾਨਾਂ ਵਾਸਤੇ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਲਈ ਉਹ ਸੈਸ ਲਾਇਆ ਹੋਇਆ। ਉਹ ਵੀ ਅਸੀਂ ਵਿੱਚੋਂ ਕੱਢ ਕੇ ਦੇ ਰਹੇ ਹਾਂ। ਗਵਰਨਮੈਂਟ ਕੀ ਕਰਨਾ ਚਾਹੁੰਦੀ ਹੈ? ਕਿਸਾਨਾਂ ਦੀ ਜਾਂ ਜਿਹੜੇ ਛੋਟੇ ਮਜ਼ਦੂਰ ਤਬਕਾ ਉਹਨਾਂ ਨੂੰ ਫਾਇਦਾ ਕਰਾਉਣਾ ਚਾਹੁੰਦੀ ਹੈ। ਪੀਡੀਐਸ ਸਿਸਟਮ ਕਿੰਨਾ ਸਟਰੋਂਗ ਹੋਇਆ ਅੱਜ, ਜੇ 14 ਕਰੋੜ ਕਿਸਾਨਾਂ ਦੇ ਖਾਤੇ 'ਚ 6000 ਰੁਪਈਆ ਜਾ ਰਿਹਾ ਹੈ ਤੇ ਉਹਦੇ 'ਚ ਆਪਾਂ ਨੂੰ ਖੁਸ਼ ਨਹੀਂ, ਕਿਸਾਨਾਂ ਦੀ ਚੰਗੀ ਨਹੀਂ ਹੋਣਾ ਚਾਹੀਦੀ। ਕਿਸਾਨਾਂ ਦੀ ਜੇਬ 'ਚੋਂ ਕੱਢ ਕੇ ਕਿਸਾਨਾਂ ਦੀ ਜੇਬ 'ਚ ਪਾ ਰਹੇ ਹੋ। ਫਿਰ ਤੁਸੀਂ ਘੱਟੋ ਘੱਟ ਸ਼ਰੇਤ ਨਾ ਲਿਆ ਕਰੋ। ਤੁਸੀਂ ਜਿਹੜੀਆਂ ਚੀਜ਼ਾਂ ਕਹਿੰਦੇ ਹੋ ਅਸੀਂ ਆਹ ਕਰਤਾ ਸੀ, ਉਹ ਕਰਤਾ, ਇਹ ਤੁਸੀਂ ਨਹੀਂ ਕੀਤਾ। ਇਹ ਤੁਸੀਂ ਪੈਟਰੋਲ ਡੀਜ਼ਲ ਦੇ ਪੈਸੇ ਲੋਕਾਂ ਤੋਂ ਲੈ ਕੇ ਉਹਨਾਂ ਨੂੰ ਵਾਪਸ ਦੇਈ ਜਾਂਦੇ ਹੋ। ਫਿਰ ਸ਼ਰੇਕ ਆਦਾ ਤੁਹਾਡਾ ਜਨਾਬ। ਹਰਪ੍ਰੀਤ ਜੀ, ਮੈਨੂੰ ਦੱਸੋ ਤਾਂ ਸਹੀ ਨਾ, ਜਦੋਂ ਤੁਸੀਂ ਇੱਕ ਵਾਰੀ 2014 ਦਾ ਹੀ ਡਾਟਾ ਸੀਗਾ 85 ਰੁਪਏ ਪੈਟਰੋਲ ਸੀਗਾ, 76 ਰੁਪਏ 85 ਵੀ 76 ਰੁਪਏ। ਹਾਂ, ਮੇਰੇ ਕੋ ਡਾਟਾ ਚਲੋ ਹਾਂਜੀ 85 ਰੁਪਏ ਵੀ ਸੀਗਾ, 85 ਦੇ ਆਸ-ਪਾਸ ਵੀ ਪਹੁੰਚਿਆ ਸੀਗਾ। ਉਦੋਂ ਦੇ ਕੀ ਹੁੰਦਾ ਹੈਗਾ ਕਿ ਜਦੋਂ ਹਰ ਪਾਸੇ ਕਰਪਸ਼ਨ ਹੁੰਦੀ ਹੋਵੇ, ਹਰ ਚੀਜ਼ ਮਹਿੰਗੀ ਹੋਵੇ। ਇਸ ਵਕਤ ਜੇ ਵਰਲਡ ਮਾਰਕੀਟ 'ਚ ਇਦਾਂ ਦੀ ਅਨਪ੍ਰੈਜ਼ੀਡੈਂਟਡ ਟਾਈਮਸ ਨੇ। ਤੁਸੀਂ ਕਰੋਨਾ 'ਚ ਦੇਖਿਆ ਅਮਰੀਕਾ 'ਚ ਕਿੰਨੇ ਬੰਦੇ ਮਰ ਗਏ। ਸਾਡੇ ਹਿੰਦੁਸਤਾਨ ਨੇ ਕਰੋਨਾ ਨੂੰ ਕੰਟਰੋਲ ਕਰ ਲਿਆ। ਆਪਣੇ ਕਿਸੇ ਵੀ ਨਾਗਰਿਕ ਨੂੰ ਆਂਚ ਨਹੀਂ ਆਉਣ ਦਿੱਤੀ। ਵੈਕਸੀਨ ਤੱਕ ਹਿੰਦੁਸਤਾਨ ਜਿਹੜਾ ਹੈ ਆਪਣੇ ਕਰੋਨਾ ਵਾਰੀਅਰ ਨੂੰ ਦੇ ਰਿਹਾ। ਦੇਖੋ ਇਦਾਂ ਦੀ ਗੱਲਾਂ ਕੀ ਕਰਨਾ ਹੁੰਦਾ ਹੈ ਕਿ ਅੱਜ ਫੀਲ ਗੁੱਡ ਫੀਲਿੰਗ ਹੈਗੀ ਹੈ। ਉਹ ਜਦੋਂ ਉਦੋਂ ਪੈਟਰੋਲ ਦੇ ਪ੍ਰਾਈਸ ਵੱਧਦੇ ਸੀਗੇ ਤੇ ਲੋਕੀ ਸੜਕਾਂ ਤੇ ਆ ਜਾਂਦੇ ਸੀਗੇ, ਅੱਜ ਕਿਉਂ ਨਹੀਂ ਆ ਰਹੇ? ਕਿਉਂਕਿ ਫੀਲ ਗੁੱਡ ਫੈਕਟਰ ਹੈ। ਅੱਜ ਫੀਲ ਗੁੱਡ ਫੈਕਟਰ ਹੈ। ਲੱਗ ਰਿਹਾ ਕਿ ਬਹੁਤ ਵਧੀਆ ਹੋ ਰਿਹਾ, ਪੈਟਰੋਲ ਡੀਜ਼ਲ ਦੇ ਰੇਟ ਵੱਧ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੀ ਹੈ। ਵਾਟ ਇਜ਼ ਇੰਪੋਰਟੈਂਟ ਫॉर ਯੂ ਐਂਡ ਮੀ? ਇਫ ਆਈ ਐਮ ਸੇਫ, ਜੇ ਮੈਂ ਜਿੰਦਾ ਵਾਂ ਤੇ ਫੇਰ ਹੀ ਮੈਂ ਘਰੋਂ ਨਿਕਲਾਂਗਾ। ਮੈਂ ਜਿੰਦਾ ਕਿਵੇਂ ਰਹਾਂਗਾ? ਜਿੰਦਾ ਸਰਕਾਰ ਨੇ ਕਰਤਾ ਮੈਨੂੰ। ਮੇਰਾ ਰੋਜ਼ ਦਾ ਐਡਾ ਖਰਚਾ ਵਧੀ ਜਾਂਦਾ ਹੈ, ਮੈਂ ਤਾਂ ਆਤਮ ਹੱਤਿਆ ਕਰਨੀ ਪੈ ਜਾਏਗੀ ਜਿੱਦਾਂ ਦੇ ਰੇਟ ਵੱਧ ਰਹੇ ਨੇ। ਤੁਸੀਂ ਲੋਕ ਦੇਖੋ ਤਾਂ ਸਹੀ, ਤਰਾਈ ਕਰ ਰਹੇ ਨੇ। ਤੁਸੀਂ ਹੈਗੇ ਹੋ ਲੈਂਡਲੋਰਡ ਬੰਦੇ, ਤੁਸੀਂ ਹੈਗੇ ਹੋ ਮੋਟੀ ਸਾਮੀ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਕੋਈ ਅਸਰ ਨਜ਼ਰ ਨਹੀਂ ਆਉਂਦਾ। ਗਰੀਬ ਬੰਦੇ ਤੇ ਜਾ ਕੇ ਪੁੱਛੋ ਕੀ ਹਾਲ ਹੋ ਰਿਹਾ ਉਹਨਾਂ ਦਾ। ਮੇਰੇ ਨਾਲ ਇੱਕ ਸੈਪਰੇਟ ਪ੍ਰੋਗਰਾਮ ਕਰਨਾ। ਮੈਂ ਤੁਹਾਨੂੰ ਇੱਕ ਗਰੀਬ ਦੇ ਘਰ ਦਾ, ਤੁਹਾਡੀ ਸਰਕਾਰ ਨੇ ਕਿਹਾ ਸੀਗਾ ਕਿ ਜਿਵੇਂ ਕੌਮਾਂਤਰੀ ਰੇਟ ਘਟਣਗੇ ਅਸੀਂ ਘਟਾਵਾਂਗੇ। ਆ 52 ਰੁਪਏ ਦਾ ਕੌਮਾਂਤਰੀ ਰੇਟ ਬੈਰਲ, ਇੱਕ ਬੈਰਲ, ਤੇ ਤੁਹਾਡਾ ਰੇਟ ਕਿੰਨਾ? 90 ਰੁਪਏ ਪੈਟਰੋਲ। 52 ਦੇ ਹਿਸਾਬ ਨਾਲ ਪਤਾ ਕਿੰਨੇ ਪੈਸੇ ਬਣਦੇ ਨੇ? ਜੇ 2014 ਦਾ ਅੰਕੜਾ ਬਣਾਈਏ ਤਾਂ 62 ਰੁਪਏ ਪੈਟਰੋਲ ਹੋਣਾ ਚਾਹੀਦਾ, ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਹ ਵੀ ਤਾਂ ਜਦੋਂ ਐਕਸਾਈਜ਼ ਵੀ ਤੁਸੀਂ ਲੈ ਰਹੇ ਹੋ ਤੇ ਵੈਟ ਵੀ ਸਰਕਾਰ ਲੈ ਲੇ। 62 ਰੁਪਏ ਰੇਟ ਨਿਕਲਦਾ ਜੇ ਅੰਕੜੇ ਦੇ ਹਿਸਾਬ ਨਾਲ ਕੱਢੀਏ ਤਾਂ। 62 ਕਿੱਥੇ ਤੇ 90 ਕਿੱਥੇ? ਹੁਣ ਤੁਸੀਂ ਆਪੇ ਦੇਖਿਆ ਕਿ 27 ਰੁਪਏ ਤੇ ਪੰਜਾਬ ਸਰਕਾਰ ਲੈ ਰਹੀ ਹੈ। 22 ਰੁਪਏ ਪੰਜਾਬ ਸਰਕਾਰ ਲੈ ਰਹੀ ਹੈ।
ਹੁਣ ਜਿੰਨੀ ਜਦੋਂ ਰੇਟ ਵੱਧਦਾ ਇੰਟਰਨੈਸ਼ਨਲ ਮਾਰਕੀਟ 'ਚ ਤੇ ਸਟੇਟ ਸਰਕਾਰਾਂ ਜਿਹੜੀਆਂ ਨੇ ਰੇਟ ਘਟਾਉਂਦੀਆਂ ਨੇ, ਲੇਕਿਨ ਪੰਜਾਬ ਸਰਕਾਰ ਰੇਟ ਵਧਾ ਦਿੰਦੀ ਹੈ। ਤੁਸੀਂ ਨਾ ਘਟਾਓ, ਤੁਸੀਂ ਆਪ ਨਾ ਘਟਾਓ, ਉਹਨਾਂ ਨੂੰ ਕਹੀਓ ਇਨਫਰਾਸਟ੍ਰਕਚਰ ਨਾ ਡਿਵੈਲਪ ਕਰੀਏ। ਸਟੇਟ ਵੀ ਇਹੀ ਕਹਿੰਦੀ ਹੈ ਅਸੀਂ ਕਿੱਥੋਂ ਲੈ ਕੇ ਆਈਏ ਪੈਸਾ, ਕਿਉਂਕਿ ਸਟੇਟ ਨੇ ਤੇ ਤਾਂ ਕਹਿੰਦੀ ਹੈ ਮੁੱਢਲਾ ਢਾਂਚਾ ਕਿੱਥੋਂ ਖੜਾ ਕਰਨਾ ਹੈ। ਤੇ ਕਿਸਾਨਾਂ ਨੂੰ ਮਾਰਤਾ 16 ਰੁਪਏ, ਜਿਹੜਾ 12 ਰੁਪਏ ਹੁੰਦਾ ਸੀਗਾ ਡੀਜ਼ਲ ਦੇ ਉੱਪਰ 12% 16% ਕਰਤਾ। ਸਟੇਟ ਤੇ ਪੰਜਾਬ ਦੀ ਸਟੇਟ ਤੇ ਲੱਗੀ ਹੋਈ ਕਿ ਨਿਚੋੜਨ ਸਾਰਿਆਂ ਨੂੰ। ਅਸੀਂ ਤੇ ਇਨਫਰਾਸਟ੍ਰਕਚਰ ਡਿਵੈਲਪ ਕਰ ਰਹੇ ਹਾਂ, ਬਾਕੀ ਚੀਜ਼ਾਂ ਤੋਂ ਘਟਾ ਰਹੇ ਹਾਂ। 80% ਪਲਸਸ ਜਿਹੜੀਆਂ ਕਹਿੰਦੀ ਅਸੀਂ ਵੀ ਕਰ ਰਹੇ ਹਾਂ ਇਨਫਰਾਸਟ੍ਰਕਚਰ, ਅਸੀਂ ਟੈਕਸ ਕੋਈ ਲਾ ਨਹੀਂ ਸਕਦੇ। ਫਾਰਮਰ ਦੇ ਉੱਪਰ ਡਿਬੇਟ ਕੀਤੀ ਸੀਗੀ, ਫਾਰਮਰਸ ਦਾ 80% ਅਸੀਂ ਪਲਸਸ ਜਿਹੜੀਆਂ ਸੀਗੀਆਂ ਇੰਪੋਰਟ ਕਰਦੇ ਸੀਗੇ। ਅੱਜ ਉਹ ਜਿਹੜੀ ਇੰਪੋਰਟ ਆ ਉਹ ਘਟ ਕੇ 20-25% ਰਹਿ ਗਿਆ। ਆਹ ਕਿਸਾਨ ਹੀ ਪੈਦਾ ਕਰ ਰਹੇ ਨੇ ਨਾ, ਤਾਂ ਹੀ ਰੇਟ ਘਟੇ ਨੇ ਨਾ। ਅੱਜ ਕਿਸਾਨਾਂ ਦੀ ਇਨਕਮ ਵਧਾਉਣ ਲਈ ਹਿੰਦੁਸਤਾਨ ਦੀ ਸਰਕਾਰ ਹਰ ਹੱਦ ਤੱਕ ਜਾ ਰਹੀ ਹੈ। ਜਿੱਥੋਂ ਤੱਕ ਪੈਟਰੋਲ ਡੀਜ਼ਲ ਦੇ ਆ, ਇਹਨੂੰ ਵੀ ਰੈਗੂਲੇਟ ਦੇਖੋ, ਜਿਹਦੀ GST ਕਾਉਂਸਲ ਹੈਗੀ ਹੈ, ਅਸੀਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਹੜਾ ਪੈਟਰੋਲ ਡੀਜ਼ਲ ਹੈਗਾ ਇਹਨੂੰ GST ਦੇ ਅੰਦਰ ਆਉਣ ਦਿਓ। ਲੇਕਿਨ ਸਰ ਜਿਹੜੀ ਸਟੇਟ ਸਰਕਾਰਾਂ, ਕਿਉਂਕਿ ਇਹਨਾਂ ਨੂੰ ਰੈਵਨਿਊ ਜਿਹੜਾ ਫਟਾਫਟ ਉੱਥੋਂ ਮਿਲ ਜਾਂਦਾ, ਇਸ ਕਰਕੇ ਉਹ ਐਗਰੀ ਨਹੀਂ ਕਰਦੀਆਂ। ਕਿਉਂ ਨਹੀਂ ਮਨਪ੍ਰੀਤ ਬਾਦਲ ਜਾ ਕੇ ਰੋਂਦਾ ਉੱਥੇ ਹਿੰਦੁਸਤਾਨ ਦੀ GST ਕਾਉਂਸਲ ਦੇ ਵਿੱਚ ਕਿ ਇਹਨੂੰ ਪੈਟਰੋਲ ਡੀਜ਼ਲ ਨੂੰ ਤੁਸੀਂ ਲੈ ਕੇ ਆਓ GST ਦੇ ਅੰਦਰ, ਸੋ ਦੈਟ ਸਾਰੇ ਪਾਸੇ ਸੇਮ ਹੋ ਜਾਏ, ਕਿਉਂਕਿ ਕਮਾਊ ਪੁੱਤਾ ਹੋਰ ਕਿੱਥੋਂ ਪੈਸੇ ਨਹੀਂ ਆਣਾ ਕਹਿੰਦੇ। ਹਾਂ, ਉਹ ਤਾਂ ਪੈਸਾ ਆਣਾ ਨਹੀਂ, ਕਿਉਂਕਿ ਸ਼ਰਾਬ ਚੋਂ ਆਣਾ ਜਾਂ ਪੈਟਰੋਲ ਚੋਂ। ਸ਼ਰਾਬ ਤੁਸੀਂ ਵੇਖਿਆ ਹੀ ਹੈ, ਐਡੀ ਵੱਡੀਆਂ ਨੇ ਸਟੋਰੀਆਂ ਕੀਤੀਆਂ, ਸ਼ਰਾਬ ਦੀਆਂ ਨਕਲੀ ਫੈਕਟਰੀਆਂ ਬਣੀਆਂ ਹੋਈਆਂ ਨੇ, ਸਾਡਾ ਐਕਸਾਈਜ਼ ਤੇ ਉਧਰੋਂ ਖਾਈ ਜਾ ਰਹੇ ਨੇ। ਕਿਤੇ 14,000 ਕਰੋੜ ਦਾ ਰੈਵਨਿਊ ਉਹਨਾਂ ਨੂੰ ਆਉਂਦਾ ਸੀ, ਕਿੱਥੇ ਅੱਜ 8-9,000 ਕਰੋੜ ਦਾ ਆ ਰਿਹਾ। 5-7,000 ਕਰੋੜ ਦਾ ਰੈਵਨਿਊ ਤੇ ਇਹਨਾਂ ਨੂੰ ਉੱਥੇ ਪਤਾ ਨਹੀਂ ਕਿੱਥੇ ਖਾ ਪੀ ਗਏ ਨੇ। ਛੇਤਿਆਂ ਨੂੰ ਦੇਣ ਜਾ ਰਹੇ ਨੇ, ਸਭ ਕੁਝ ਛੇਤਿਆਂ ਨੂੰ ਵੰਡਿਆ ਜਾ ਰਿਹਾ ਹੈ। ਪੰਜਾਬ ਦਾ ਕਿਸਾਨ ਕਿਉਂ ਰੋ ਰਿਹਾ ਹੈ, ਕਿਉਂ ਕਰਜ਼ੇ ਥੱਲੇ ਹੈ? ਇਸ ਕਰਕੇ ਕਰਜ਼ੇ ਥੱਲੇ ਹੈ ਕਿ ਪੰਜਾਬ ਸਰਕਾਰ ਨੂੰ ਉਹਦੀ ਸੁੱਧ-ਬੁੱਧ ਨਹੀਂ ਹੈ। ਤੁਸੀਂ ਆਪ ਦੇਖੋ ਕਿ ਰੈਵਨਿਊ ਦੇ ਜਨਰੇਸ਼ਨ ਦੇ ਤਰੀਕੇ ਹੁੰਦੇ ਨੇ। ਪੰਜਾਬ ਸਰਕਾਰ ਨੇ ਤਰੀਕੇ ਤੇ ਲੋਕਾਂ ਦੇ ਹੱਥ 'ਚ ਦੇ ਦਿੱਤੇ, ਪੋਲੀਟੀਸ਼ੀਅਨ ਦੇ ਹੱਥ 'ਚ ਦੇ ਦਿੱਤੇ, ਜਾਂ ਜਿਹੜੇ ਇਹਨਾਂ ਦੇ ਆਪਣੇ ਚਹੇਤੇ ਉਹਨਾਂ ਦੇ ਹੱਥ 'ਚ ਦੇ ਦਿੱਤੇ। ਅੱਜ ਵੀ ਤੁਸੀਂ ਤੇ ਫਜ਼ਿਲਕਾ ਜਿਹੜੀ ਫੈਕਟਰੀ ਲੱਗਣ ਜਾ ਰਹੀ ਹੈ, ਜੋ ਜ਼ਮੀਨ ਐਕਵਾਇਰ ਕਰਕੇ ਹੋ ਕੀ ਰਿਹਾ। ਇਸ ਕਰਕੇ ਹਿੰਦੁਸਤਾਨ ਦੀ ਸਰਕਾਰ, ਫਿਰ ਤੁਹਾਨੂੰ ਦੱਸਣਾ ਮੈਂ, is keeping a watch on the petrol and diesel prices and we will make sure कि as soon as possible this comes down। हिंदुस्तान की सरकार इस वक्त इंटरवेंशन नहीं करना कर रही हैगी। रीजन बीइंग कि रेगुलेटेड की 2010 च मनमोहन सिंह उन्होंने किया डीरेगुलेशन, नहीं तो पहला कंट्रोल होंदा सीगा। जो सरकार आ गई तो तुसी कर लेंदे, ये थोड़ी हल तक 2010 ਦਾ ਹੀ ਰੋਣਾ ਰੋਈ ਜਾਓਗੇ। ਨਹੀਂ ਤਾਂ ਮਤਲਬ ਕਿੱਡੇ ਸਾਲ ਹੋ ਗਏ ਸੋਈ ਸਾਹਿਬ ਤੁਹਾਡੀ ਸਰਕਾਰਾਂ ਨੂੰ ਕਿੰਨਾ ਸਾਲ ਹੋ ਗਿਆ, ਤੁਸੀਂ ਤਾਂ ਪੂਰੇ ਤਖਤੇ ਪਲਟ ਕੇ ਰੱਖ ਦਿੱਤੇ। ਇਹ ਰੈਗੂਲਰਾਈਜ਼ ਕਰਨ ਤੇ ਕਿੰਨਾ ਦੇਰ ਲੱਗਣਾ ਸੀ? ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਹਿੰਦੁਸਤਾਨ ਦੀ ਸਰਕਾਰ ਨੂੰ ਲੱਗੇਗਾ ਕਿ ਅਸੀਂ ਡੀਰੈਗੂਲਰਾਈਜ਼ ਇਹਨੂੰ ਕਰਨਾ ਹੈ, ਹਲੇ ਵੀ ਲੱਗ ਨਹੀਂ ਰਿਹਾ। 100 ਰੁਪਏ ਪੈਟਰੋਲ ਹੋ ਗਿਆ, ਹਲੇ ਵੀ ਲੱਗ ਨਹੀਂ ਰਿਹਾ। ਲੱਗੇਗਾ, ਜਦੋਂ ਲੱਗੇਗਾ ਅਸੀਂ ਜ਼ਰੂਰ ਕਰਾਂਗੇ। 100 ਰੁਪਏ ਪੈਟਰੋਲ ਹੋ ਗਿਆ, ਹਲੇ ਵੀ ਲੱਗ ਨਹੀਂ ਰਿਹਾ। ਚੈਨਲ ਦੇ ਥਰੂ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ, ਤੁਹਾਡਾ ਬੜਾ ਵੱਡਾ ਨੈਟਵਰਕ ਹੈਗਾ, TRP ਬੜੀ ਜ਼ਬਰਦਸਤ ਹੈ। ਸਾਰਿਆਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਹੈਵ ਫੇਥ ਇਨ ਮੋਦੀ, ਹੈਵ ਫੇਥ ਇਨ ਮੋਦੀ ਸਾਹਿਬ। ਮੋਦੀ ਸਾਹਿਬ ਦੀ ਸਰਕਾਰ, BJP ਸਰਕਾਰ 'ਚ ਫੇਥ ਰੱਖੋ। ਕਿਸੇ ਦਾ ਵੀ 1% ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ। ਕਿਸੇ ਨਾ ਕਿਸੇ ਤਰੀਕੇ ਤੁਹਾਡੀ ਭਰਪਾਈ ਚਲੋ ਮੈਂ ਬੋਲਦਾ, ਫਿਰ ਤੁਹਾਨੂੰ ਚੰਗਾ ਲੱਗਦਾ। ਹਲੇ ਵੀ ਤੁਹਾਨੂੰ 300 ਮੌਤਾਂ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਕਿਸੇ ਦਾ ਨੁਕਸਾਨ ਨਹੀਂ ਹੋਏਗਾ, ਭਰਪਾਈ ਹੋ ਜਾਏਗੀ। ਜਿਨ੍ਹਾਂ ਦੇ ਘਰ ਦੇ ਜੀ ਚੱਲ ਗਏ ਉਹਨਾਂ ਦੀ ਕਿਵੇਂ ਭਰਪਾਈ ਕਰੋਗੇ? ਤੁਸੀਂ 300 ਮੌਤਾਂ ਦੀ ਉਹ ਗੱਲ ਕਰਦੇ ਹੋ, 900 ਮੌਤਾਂ ਦੀ ਉਹ ਗੱਲ ਕਿਉਂ ਨਹੀਂ ਕਰਦੇ? ਕੱਲੇ ਦਾ ਪਰਿਵਾਰ ਸੀਗਾ, ਉਹ ਬੰਦੇ ਮਰ ਗਏ, ਉਹਨਾਂ ਦੀ ਭਰਪਾਈ ਤੁਹਾਡੀ ਸਰਕਾਰ ਕਿਵੇਂ ਕਰੇਗੀ? ਤੁਸੀਂ 300 ਤੁਹਾਡੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਕਿਉਂ ਨਹੀਂ ਕਰੇਗੀ ਭਰਪਾਈ? ਤੁਹਾਡੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜਨਾਬ ਇਹਦੇ ਲਈ। ਦੇਖੋ, ਮੈਂ ਤੁਸੀਂ ਪੰਜਾਬ ਸਰਕਾਰ ਨੂੰ ਜਿੰਨਾ ਮਰਜ਼ੀ ਭੰਡੀ ਜੋ, ਜਿੰਨਾ ਮਰਜ਼ੀ ਕਹੀ ਜੋ, ਡਾਇਰੈਕਟ ਤਰੀਕੇ ਨਾਲ ਸਹੀ, ਇਨਡਾਇਰੈਕਟ ਤਰੀਕੇ ਨਾਲ ਉਹ ਜ਼ਿੰਮੇਵਾਰ ਹੋ ਸਕਦੇ ਨੇ, ਪਰ ਇਸ ਮਾਮਲੇ ਦੇ ਵਿੱਚ ਡਾਇਰੈਕਟ ਤਰੀਕੇ ਨਾਲ ਤੁਹਾਡੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕਿਸਾਨ ਤੁਹਾਡੀ ਸਰਕਾਰ ਤੋਂ ਦੁਖੀ ਹੋ ਕੇ ਉੱਥੇ ਬੈਠਾ ਹੈ ਬਾਰਡਰਾਂ ਤੇ। ਜਿਹੜੀਆਂ 7-800 ਇਸੇ ਕਰਕੇ ਉਹ ਮੌਤਾਂ ਹੋ ਰਹੀਆਂ ਨੇ, ਜਿਹੜੀਆਂ 7-800 ਜ਼ਿੰਮੇਵਾਰ ਕੌਣ ਹੈ? ਠੀਕ ਹੈ ਨਾ, ਜਿਹੜੀ 7-800 ਖੁਦਕੁਸ਼ੀਆਂ ਹੋ ਰਹੀਆਂ ਉਹਦੇ ਵਾਸਤੇ ਜ਼ਿੰਮੇਵਾਰ ਮੈਂ ਤਾਂ ਕਹਿ ਹੀ ਨਹੀਂ ਰਿਹਾ। ਮੈਂ ਤਾਂ ਕਹੋ ਨਾ, ਤੁਸੀਂ ਕਹਿੰਦੇ ਹੋ ਕਿ ਪੰਜਾਬ ਸਰਕਾਰ ਨੂੰ ਭੰਡੀ ਜਾਓ, ਉਹਨਾਂ ਨੂੰ ਕਹੋ ਨਾ, ਗਲਤ ਕਰੋ। ਮੈਂ ਤਾਂ ਕਹਿ ਰਿਹਾ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਨਾ ਸੋਈ ਸਾਹਿਬ ਕਿ 700 ਬੰਦਾ ਉਹਨਾਂ ਨੇ ਮਾਰਤਾ, ਜੇ 2-250 ਸਾਡੇ ਵੇਲੇ ਮਰ ਗਏ ਤੇ ਤਾਂ ਨਾ ਆ ਜਿਹੜਾ 2-250 ਮਰ, ਜੀ ਗੱਲ ਸੁਣੋ ਹਰਪ੍ਰੀਤ ਜੀ, ਇਹਦੇ ਵਾਸਤੇ ਡਾਇਰੈਕਟਲੀ ਐਂਡ I'm telling at your channel, this is Punjab government is responsible for these 300 deaths. Reason being, Punjab government ਨੇ ਕਿਸਾਨਾਂ ਨੂੰ ਜਿਹੜੇ ਇਹਦੇ ਵਾਅਦੇ ਸੀਗੇ ਪੂਰੇ ਨਹੀਂ ਕੀਤੇ। ਇਹਨਾਂ ਦਾ ਕਰਜ਼ਾ ਮਾਫ ਕੀਤਾ ਹੁੰਦਾ, ਇਹਨਾਂ ਦੇ ਉੱਥੇ ਜਨਾਬ ਚਿੱਠੀਆਂ ਲਿਖ ਕੇ ਸੁਸਾਈਡ ਕਰ ਰਹੇ ਨੇ। ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਤੋਂ ਦੁਖੀ ਆ ਕੇ ਅਸੀਂ ਆਤਮ ਹੱਤਿਆ ਕਰ ਰਹੇ ਹਾਂ। ਗਲਤ। ਮੈਂ 3 ਦਿਨ ਤੁਸੀਂ ਚਿੱਠੀਆਂ ਦਿਖਾ ਦਿੰਦਾ, 3 ਦਿਨ ਤੁਸੀਂ ਚਿੱਠੀ ਦਿਖਾਉਂਦੇ ਰਹੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੋਇਆ ਉਹਨਾਂ ਨੇ। ਹੁਸ਼ਿਆਰਪੁਰ ਦੇ ਜਿਹੜੇ ਛੱਡੋ ਨਾ, ਮੈਂ ਤੁਹਾਨੂੰ ਦੱਸਦਾ, ਰਾਮ ਸਿੰਘ ਹੋਰਾਂ ਦੀ ਲੈ ਲਓ ਤੁਸੀਂ ਉਦਾਹਰਨ। ਰਾਮ ਸਿੰਘ ਮੰਨਦੇ ਹੋ ਨਾ, ਗੁਰੂ ਪਰਮਾਤਮਾ ਨੂੰ ਮੰਨਦੇ ਹੋ? ਹਾਂ, ਮੰਨਦੇ। ਰਾਮ ਸਿੰਘ ਸੰਘੇੜੇ ਵਾਲੇ ਨੇ ਆਤਮ ਹੱਤਿਆ ਕਰਨ ਵੇਲੇ ਕੀ ਲਿਖਿਆ? ਮੋਦੀ ਸਰਕਾਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਰਿਹਾ ਮੈਂ। ਦੈਟ ਇਜ਼ ਮੈਟਰ ਅੰਡਰ ਇਨਵੈਸਟੀਗੇਸ਼ਨ। ਮੈਂ ਉਹਦੇ ਬਾਰੇ ਗੱਲ ਕਰਾਂ, ਮੇਰੇ ਕੋਲ ਸਾਹਮਣੇ ਜਿਹੜਾ ਮੇਰੇ ਕੋਲ ਪ੍ਰੂਫ ਹੈਗਾ ਹੁਸ਼ਿਆਰਪੁਰ ਵਾਲਾ, ਉਹਦੀ ਗੱਲ ਕਰੋ। ਹਾਂ ਮੈਂ ਤੁਸੀਂ ਪੰਜਾਬ ਸਰਕਾਰ ਦੀ ਹਮਾਇਤ ਕਿਉਂ ਕਰਦੇ ਹੋ? ਤੁਸੀਂ ਪੰਜਾਬ ਸਰਕਾਰ ਦੇ ਨੁਮਾਇੰਦੇ ਹੋ। ਬਿਲਕੁਲ ਨਹੀਂ ਕਰ ਰਿਹਾ। ਤੁਸੀਂ ਕਰ ਰਹੇ ਹੋ? ਮੈਂ ਨਹੀਂ ਕਰ ਰਿਹਾ। ਤੁਸੀਂ ਹੁਸ਼ਿਆਰਪੁਰ ਦੇ ਜਿਹੜੇ ਦੋ ਪੁੱਤਰ ਮਰੇ ਨੇ ਉਹਦੀ ਬਾਰੇ ਗੱਲ ਕਰੋ। ਉਹ ਵੀ ਕਿਹਨੇ ਲਿਖਿਆ ਉਹਨੇ? ਮੈਂ ਤੁਹਾਨੂੰ ਕੀ ਕਹਿ ਰਿਹਾ, ਮੈਂ ਕਹਿ ਰਿਹਾ ਇਹਦੀ ਕੋਈ ਜਸਟੀਫਿਕੇਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ। ਜਸਟੀਫਿਕੇਸ਼ਨ ਹੈ ਕੈਪਟਨ ਅਮਰਿੰਦਰ ਸਿੰਘ ਦੇ ਜੇ ਮੋਦੀ ਸਾਹਿਬ ਦੇ ਖਿਲਾਫ ਹੁੰਦਾ ਤਾਂ ਹੋ ਜਵੇ।
ਕਿੱਦਾਂ ਮੋਦੀ ਸਾਹਿਬ ਦੇ ਖਿਲਾਫ ਕਿਉਂ? ਮੋਦੀ ਸਾਹਿਬ ਦਾ ਨਾਮ ਲਿਖ ਕੇ ਚਿੱਠੀ ਲਿਖ ਕੇ ਲੋਕਾਂ ਨੇ ਸੁਸਾਈਡ ਕੀਤੀ ਹੈ, ਤੁਸੀਂ ਮੋਦੀ ਸਾਹਿਬ ਦੇ ਨਾਂ ਤੇ ਕਰਾਉਂਦੇ ਹੋ ਪਰਚਾ, ਫਿਰ ਕੈਪਟਨ ਸਾਹਿਬ ਤੇ ਵੀ ਹੋ ਜਾਊਗਾ। ਕਿੰਨੇ ਕਰਜ਼ੇ ਮਾਫ ਕਰਨੇ ਸੀਗੇ ਪੰਜਾਬ ਦੇ ਕਿਸਾਨਾਂ ਦੇ? ਤੁਸੀਂ ਕਿੰਨੇ ਕੀਤੇ ਪੰਜਾਬ ਦੇ ਤੁਸੀਂ ਸੋਈ ਸਾਹਿਬ ਤੁਸੀਂ ਇੱਕ ਪਾਸੇ ਕਹਿੰਦੇ ਹੋ ਐਗਰੀਕਲਚਰ ਇਜ਼ ਸਟੇਟ ਸਬਜੈਕਟ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਫ ਕਰਨੇ। ਠੀਕ ਹੈ ਮੰਨਦੇ ਹੋ ਫਿਰ ਸਟੇਟ ਸਬਜੈਕਟ ਹੈ ਨਾ ਐਗਰੀਕਲਚਰ, ਕਿਉਂ ਨਹੀਂ ਮੰਨਦੇ? ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਹੈ। ਫਿਰ ਇਹਨਾਂ ਨੂੰ ਕਾਨੂੰਨ ਕਿਉਂ ਬਣਾਉਂਦੇ ਹੋ ਤੁਸੀਂ? ਫਿਰ ਕਾਨੂੰਨ ਉਹਨਾਂ ਦੇ ਵੈਲਫੇਅਰ ਵਾਸਤੇ ਬਣਾ ਰਹੇ ਆ, ਫਾਇਦੇ ਵਾਸਤੇ ਬਣਾ ਰਹੇ ਆ। ਸਟੇਟ ਸਬਜੈਕਟ ਹੈਗਾ ਤੇ ਕਾਨੂੰਨ ਤੁਸੀਂ ਕਿਵੇਂ ਬਣਾ ਸਕਦੇ ਹੋ? ਗੱਲ ਨਹੀਂ ਸਮਝ ਰਹੇ ਆ ਜਿਹੜੇ ਕਾਨੂੰਨਾਂ ਦੀ, ਫਿਰ ਤੁਸੀਂ ਬਾਰ-ਬਾਰ ਕਾਨੂੰਨਾਂ ਦੇ ਬਾਰੇ ਡਿਸਕਸ਼ਨ ਨਹੀਂ ਤੁਸੀਂ ਕੀਤੀ। ਮੈਂ ਤੁਹਾਨੂੰ ਉਹ ਦੱਸਣਾ ਚਾਹਨਾ 2013 ਚ ਕੰਟਰੈਕਟ ਫਾਰਮਿੰਗ ਐਕਟ ਤੇ ਸੁਖਬੀਰ ਬਾਦਲ ਹੁਣੀ ਲੈ ਕੇ ਆਏ ਸੀਗੇ। ਫਿਰ ਸਟੇਟ ਸਬਜੈਕਟ ਹੈ ਨਾ, ਫਿਰ ਲੈ ਕੇ ਆਏ ਸੀਗੇ ਨਾ ਸਟੇਟ ਸਬਜੈਕਟ। ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਬੈਠੇ ਨਾ। ਮੈਂ ਕਿਹਾ ਜੀ ਉਹ ਆਪੇ ਝੇਲਣਗੇ, ਜਾਂ ਸਟੇਟ ਸਰਕਾਰ ਜਾਣੇ ਜਾਂ ਕਿਸਾਨ ਜਾਣਨ। ਫਿਰ ਤੁਸੀਂ ਕੌਣ ਹੁੰਦੇ ਹੋ ਕਾਨੂੰਨ ਬਣਾਉਣ ਵਾਲੇ? ਅਸੀਂ ਇਸ ਕਰਕੇ ਕਾਨੂੰਨ ਬਣਾਉਣ ਵਾਲੇ ਆ ਕਿ ਅਸੀਂ ਕਿਸਾਨਾਂ ਦੀ ਖੁਦਕੁਸ਼ੀਆਂ ਨਹੀਂ ਦੇਖ ਸਕਦੇ। ਅਸੀਂ ਕਿਸਾਨਾਂ ਦੀ ਇਨਕਮ ਡਬਲ ਕਰਨ ਦਾ ਸਾਡਾ ਮਤਲਬ ਸੰਵਿਧਾਨ ਨੂੰ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਅਸੀਂ ਸੰਵਿਧਾਨ ਨੂੰ ਜੇ ਮੰਨਦੇ ਹੁੰਦੇ ਤਾਂ ਸਟੇਟ ਸਬਜੈਕਟ ਨੂੰ ਛੇੜ ਦੇਣਾ। ਦੇਖੋ ਜਿਹੜੀ ਮੇਰੇ ਕੋਲ ਟਾਈਮ ਨਹੀਂ ਹੁਣ ਆਪਾਂ ਵਾਈਂਡ ਅਪ ਕਰਨਾ। ਹੁਣ ਗੱਲ ਇਹ ਹੈ, ਮੁੱਕਦੀ ਗੱਲ ਇਹ ਹੈ ਕਿ ਸੋਈ ਸਾਹਿਬ ਤਾਂ ਬੜੇ ਆਸਵੰਦ ਨੇ ਹਲੇ ਵੀ ਕਿ ਨਿਪਟਾਰਾ ਹੋ ਜਾਏਗਾ ਇਹਨਾਂ ਗੱਲਾਂ ਦਾ, ਇਹਨਾਂ ਕੰਮਾਂ ਦਾ। ਸੋਈ ਸਾਹਿਬ ਨੇ ਵਿੱਚ ਵਿਚਾਲੇ ਜੇ ਗੱਲ ਕਹੀ, ਮੈਂ ਜਿਹੜਾ ਸਵਾਲ ਪੁੱਛਿਆ ਉਹ ਇਸ ਪੂਰੇ ਵਿਚਾਰ ਤਕਰਾਰ ਦਾ ਨਿਚੋੜ ਕੱਢਿਆ ਜਾ ਸਕਦਾ। ਇਹ ਕਹਿੰਦੇ ਨੇ ਕਿ ਜੇ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ, ਜੇ ਕੋਈ ਇਦਾਂ ਦਾ ਪ੍ਰਪੋਜ਼ਲ ਬਣਾ ਕੇ ਲੈ ਕੇ ਆਉਂਦੀਆਂ ਨੇ 3 ਸਾਲ ਦਾ, 3.5 ਸਾਲ ਦਾ, ਜਾਂ ਇਦਾਂ ਦੀ ਕੋਈ ਚਰਚਾ ਕਰਨਾ ਚਾਹੁੰਦੀਆਂ ਨੇ, ਤਾਂ ਸ਼ਾਇਦ ਸਰਕਾਰ ਮੰਨ ਵੀ ਸਕਦੀ ਹੈ। ਸਰਕਾਰ ਕਹਿੰਦੇ ਨੇ ਦਰਵਾਜ਼ੇ ਖੁੱਲੇ ਨੇ, ਸਰਕਾਰ ਕਹਿੰਦੀ ਹੈ ਕਿ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰੋ। ਔਰ ਡੈਡਲੌਕ ਕਿਵੇਂ ਟੁੱਟੇਗਾ? ਕਹਿੰਦੇ ਨੇ ਬੈਕਡੋਰ ਤੇ ਗੱਲਬਾਤ ਚੱਲ ਰਹੀ ਹੈ ਤੇ ਕਿਸੇ ਵੇਲੇ ਵੀ ਡੈਡਲੌਕ ਟੁੱਟ ਸਕਦਾ ਤੇ ਮੀਟਿੰਗ ਹੋ ਸਕਦੀ ਹੈ। ਔਰ ਉਸ ਮੀਟਿੰਗ ਚੋਂ ਕੀ ਨਿਕਲੇਗਾ ਨਿਚੋੜ, ਉਹ ਆਪਾਂ ਸਭ ਦੇ ਸਾਹਮਣੇ ਹੋਏਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।